ਦੀ ਪਤਨੀ ਔਰ ਜਗ ਦੀ ਪੂਜਨੀਕ ਮਾਤਾ ਹੈ। ਬ੍ਰਹਮਰੰਦਰ ਤਜ ਦੇ ਅਭੇਵੀ। ਕਿਵੇਂ ਸਰੀਰ ਤਿਆਗਿਆ? ਬ੍ਰਹਮਰੰਦਰ ਨਾੜੀ ਖਾਲਸਾ ਹੀ 10ਵੇਂ ਦੁਆਰ ਦੀ ਨੂੰ ਕਹਿੰਦੇ ਐ। ਪ੍ਰਾਣਾ ਜਾਨ ਦੁਆਰਾ ਸਵਾਸ 10ਵੇਂ ਦੁਆਰ ਚੜਾ ਕੇ ਉਹਦੇ ਵਿੱਚ ਦੀ ਛੇਕ ਕਰਕੇ ਤਾਲੂਏ ਦੇ ਵਿੱਚ ਦੀ ਸਰੀਰ ਤਿਆਗ ਦਿੱਤਾ ਮਾਤਾ ਜੀ ਨੇ। ਸਭ ਤੇ ਸੁਨ ਕੈ ਬਚਨ ਕਰਪਾਲਾ। ਜਦੋਂ ਸੰਗਤ ਜੀ ਵਿਚਾਰ ਦੇ ਸਹਿਤ ਸਾਰੀਆਂ ਸੰਗਤਾਂ ਬੈਠੀਆਂ ਨੇ, ਬਚਨ ਸੁਣ ਕੇ 10ਵੇਂ ਪਾਤਸ਼ਾਹ ਨੇ ਇਹਨਾਂ ਦੇ ਸ਼੍ਰੀ ਮੁਖ ਤੇ ਬੋਲੇ ਤਿਸ ਕਾਲਾ। ਉਸ ਸਮੇਂ ਖਾਲਸਾ ਜੀ 10ਵੇਂ ਪਾਤਸ਼ਾਹ ਪਵਿੱਤਰ ਬਚਨ ਬੋਲੇ। ਧਨ ਨੰਗ ਧਨ ਨਾਰੀ ਧਨ ਭਜਨ ਹੈ। ਮਹਾਰਾਜ ਕਹਿੰਦੇ ਭਾਈ ਇਸਤਰੀ ਵੀ ਧਨ ਹੈ ਔਰ ਦੂਸਰੇ ਨੰਬਰ ਤੇ ਵਾਹਿਗੁਰੂ ਦਾ ਭਜਨ ਵੀ ਧਨ ਹੈ। ਧਨ ਕਲ ਜੁਗ ਜੁਗ ਈਸ਼। ਔਰ ਕਲਯੁਗ ਵੀ ਧਨ ਹੈ ਜਿਹਦੇ ਵਿੱਚ ਨਾਮ ਬਹੁਤਾ ਫਲਦਾ ਹੈ। ਅਬ ਕੱਲੂ ਆਏ ਰੇ ਇੱਕ ਨਾਮ ਬੋਵੋ ਬੋਵੋ ਅਨਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ। ਗੁਰਬਾਣੀ ਦੀ ਗਵਾਹੀ ਆ, ਕਲਯੁਗ ਦਾ ਸਮਾਂ ਆਇਆ। ਇੱਕ ਭਾਈ ਨਾਮ ਨੂੰ ਕਦੇ ਨਾ ਭੁੱਲੋ, ਹੋਰ ਰੁੱਤ ਨਹੀਂ ਅਬ ਰੁੱਤ ਨਾਮ ਰੇ। ਹੁਣ ਭਾਈ ਨਾਮ ਜਪਣ ਦੀ ਰੁੱਤ ਹੈ। ਕਿਉਂ? ਦੂਸਰਿਆਂ ਯੁਗਾਂ 'ਚ ਇੰਨਾ ਖਾਲਸਾ ਜੀ ਫਲਦਾ ਨਹੀਂ ਸੀ ਜਿੰਨਾ ਹੁਣ ਨਾਮ ਫਲਦਾ ਹੈ। ਪਰ ਉਹਨਾਂ ਯੁਗਾਂ 'ਚ ਜਪਣਾ ਸੁਖਾਲਾ ਸੀ, ਹੁਣ ਜਪਣਾ ਔਖਾ ਹੈ। ਕਾਰਨ ਕੀ ਹੈ? ਆਪਾਂ ਸਾਰੇ ਹੀ ਆਪੋ ਆਪਣੇ ਮਨ ਦੀਆਂ ਬਿਰਤੀਆਂ ਨੂੰ ਜਾਣਦੇ ਹਾਂ ਕਿ ਕਿੰਨੀਆਂ ਕੁ ਸਾਧ ਸੰਗਤ ਜੀ ਪ੍ਰਵਿਰਤੀ 'ਚ ਫਸੀਆਂ ਹੋਈਆਂ। ਚਾਹੇ ਕਿਸੇ ਦੀ ਬਿਰਧ ਅਵਸਥਾ, ਕਿਸੇ ਦੀ ਜਵਾਨ ਅਵਸਥਾ ਹੈ, ਸਾਰੇ ਕਹਿੰਦੇ ਮੈਨੂੰ ਤਾਂ ਸਿਰ ਖੁਰਕਣ ਦਾ ਵੇਲ ਨਹੀਂ ਹੈ। ਉਹ ਲੋਕ ਸਤਸੰਗ ਜੀ ਆਪਣੇ ਵਾਂਗੂ ਬਹੁਤੇ ਤ੍ਰਿਸ਼ਨਾ 'ਚ ਨਹੀਂ ਸੀ ਜਕੜੇ ਜਾਂਦੇ। ਹਮੇਸ਼ਾ ਵਾਸਤੇ ਨਿਵਰਤੀ ਪੱਖ 'ਚ ਰਹਿੰਦੇ ਸੀ। ਲੱਖ ਵਰਿਆਂ ਦੀ ਆਰਜਾ ਕੋਠੇ ਕੋਠਨਾ ਮੰਡਪ ਸਾਜੇ। ਜੇ ਆਪਾਂ ਨੂੰ ਪਤਾ ਲੱਗ ਜੇ ਸਾਡੀ ਲੱਖ ਸਾਲ ਦੀ ਉਮਰ ਆ, ਆਪਾਂ ਤਾਂ ਭੁੱਲੇ ਨਾ ਸਮਾਈਏ, ਮੌਤ ਨੂੰ ਜਮਾਂ ਹੀ ਭੁੱਲ ਜਾਈਏ। ਹੁਣ ਤਾਂ ਪਤਾ ਨਹੀਂ ਕਦੋਂ ਸਤਸੰਗੀ ਸਰੀਰ ਤਿਆਗ ਦੇਣਾ। ਲੇਕਿਨ ਐਡੀ ਐਡੀ ਲੱਖ ਲੱਖ ਸਾਲ ਦੀ ਉਮਰ ਹੋਣੀ, ਨਾ ਪੱਕੇ ਮਕਾਨ ਤਾਂ ਕੀ ਬਣਾਉਣੇ, ਕੱਚੇ ਨਹੀਂ ਸੀ ਬਣਾਉਂਦੇ। ਮਾਰ ਕੰਡੇ ਤੇ ਕੋਦ ਘਾਈ ਜਿਨ ਤ੍ਰਿਣ ਧਰ ਮੁੰਡ ਬੁਲਾਏ। ਮਾਰ ਕੰਡੇ ਨਾਲ ਵੀ ਕੋਈ ਵੱਡਾ ਹੋਊ ਜਿਹਨੇ ਕੱਖ ਦਾ ਪੂਲਾ ਲੈ ਕੇ ਸਾਰੀ ਜ਼ਿੰਦਗੀ ਲੱਖ ਸਾਲ ਲੰਘਾ ਦਿੱਤੀ। ਪਰ ਕੀਤਾ ਕੀ? ਭਜਨ ਕੀਤਾ। ਭਾਈ ਗੁਰਦਾਸ ਨੇ ਕਿਹਾ ਹੈ, ਕਰਨ ਤਪੱਸਿਆ ਬਨ ਵਿਖੇ ਵਕਤ ਗੁਜ਼ਾਰਨ ਪਿੰਨੀ ਸਾਗੇ। ਤਪੱਸਿਆ ਬਨ ਵਿੱਚ ਕਰਨੀ, ਭਜਨ ਕਰਨਾ। ਪੇਟ ਤਾਂ ਮੰਗਦਾ ਭਾਈ ਰੋਟੀ। ਵਕਤ ਗੁਜ਼ਾਰਨ ਪਿੰਨੀ ਸਾਗੇ। ਸਾਗ ਤੋੜ ਕੇ ਕੱਚਾ ਪੱਕਾ ਉਬਾਲ ਕੇ ਪਿੰਨੀਆਂ ਜੀਆਂ ਵੱਟ ਕੇ ਉਹਦੀਆਂ ਅੰਦਰ ਦੀ ਭੁੱਖ ਮੇਟ ਲੈਣੀ। ਸਵਾਦੀ ਨਹੀਂ ਸੀ, ਉਹ ਸਾਧ ਸੀ। ਸੋ ਉਹ ਯੁਗਾਂ ਦੇ ਸਤਸੰਗ ਜੀ ਨਾਮ ਜਪਣਾ ਸੁਖਾਲਾ ਸੀ, ਲੇਕਿਨ ਫਲ ਘੱਟ ਸੀ। ਅੱਜ ਕਲਯੁਗ ਦਾ ਸਮਾਂ ਹੈ, ਜਪਣਾ ਔਖਾ ਹੈ ਲੇਕਿਨ ਫਲ ਅਧਿਕ ਹੈ। ਤਾਂ ਮਹਾਰਾਜ ਕਹਿ ਰਹੇ ਨੇ ਭਾਈ ਕਲਯੁਗ ਧਨ ਹੈ ਜਿਹਦੇ ਵਿੱਚ ਨਾਮ ਫਲੀਭੂਤ ਹੋ ਰਿਹਾ ਹੈ। ਧੰਨ ਜੋਗੀਸ਼। ਇਸ ਯੁੱਗ ਦੇ ਈਸ਼ਰ ਕੌਣ ਨੇ? ਗੁਰੂ ਨਾਨਕ ਦੇਵ ਜੀ ਨੇ। ਗੁਰੂ ਨਾਨਕ ਦੇਵ ਜੀ ਦਾ ਰਾਜ ਹੈ। ਤ੍ਰੇਤੇ ਦੇ ਅੰਦਰ ਰਾਮਚੰਦਰ ਦਾ ਰਾਜ ਸੀ। ਦੁਆਪਰ ਦੇ ਅੰਦਰ ਕ੍ਰਿਸ਼ਨ ਭਗਵਾਨ ਜੀ ਹੋਏ। ਸਤਯੁਗ ਦੇ ਅੰਦਰ 52 ਅਵਤਾਰ ਹੋਏ। ਉਹ ਆਪੋ ਆਪਣੇ ਸਮਿਆਂ ਤੇ ਸਤ ਸੰਗਤ ਜੀ ਸ੍ਰਿਸ਼ਟੀ ਦੀ ਕਲਿਆਣ ਕਰਦੇ ਪਏ, ਉਹਨਾਂ ਦੀ ਨਿੰਦਿਆ ਨਹੀਂ ਕਰਨੀ ਹੈ। ਅੱਜ ਸਮਾਂ ਆਇਆ ਗੁਰੂ ਨਾਨਕ ਦੇਵ ਜੀ ਦਾ ਰਾਜ ਹੈ ਖਾਲਸਾ ਜੀ। ਔਰ ਜੋ ਇਸ ਯੁੱਗ ਦੇ ਈਸ਼ਰ ਗੁਰੂ ਨਾਨਕ ਦੇਵ ਜੀ ਨੇ ਉਹ ਵੀ ਧਨ ਹਨ। ਨਾਲ ਹੀ ਸਤ ਸੰਗਤ ਜੀ ਇਸਤਰੀ ਵੀ ਧਨ ਹੈ, ਭਜਨ ਵੀ ਧਨ ਹੈ ਔਰ ਕਲਯੁਗ ਵੀ ਧਨ ਹੈ ਜਿਹਦੇ ਵਿੱਚ ਨਾਮ ਜਪਦੇ ਹਾਂ ਆਪਾਂ। ਇਹ ਚੌਹਾਂ ਨੂੰ 10ਵੇਂ ਪਾਤਸ਼ਾਹ ਨੇ ਧਨ ਕਿਹਾ। ਮਹਾ ਬਿਕਾਰੀ ਜਗਤ ਰੇ। ਕਹਿੰਦੇ ਭਾਈ ਜਿਹੜੇ ਬੜੇ ਬੜੇ ਬਿਕਾਰੀ ਲੋਕ ਸੀ ਨਾ, ਅਜਾਮਲ ਵਰਗੇ, ਗਨਕਾ ਵਰਗੀਆਂ, ਉਹ ਵੀ ਇਸ ਯੁੱਗ ਵਿੱਚ ਉਧਰ ਗਈਆਂ। ਭਜਨ ਤਰਾਏ ਕੀਸ। ਹੋਰ ਤਾਂ ਹੋਰ ਭਜਨ ਨੇ ਪਰਮੇਸ਼ਰ ਦੇ ਨੇ ਸਤਿ ਜੀ ਜੰਗਲਾਂ ਦੇ ਬਾਂਦਰ ਤਾਰ ਕੇ ਰੱਖ ਦਿੱਤੇ। ਜਿਨ੍ਹਾਂ ਨੂੰ ਕੋਈ ਵੀ ਬੋਧ ਨਹੀਂ ਸੀ ਉਹ ਵੀ ਤਰ ਗਏ ਸੰਸਾਰ ਤੋਂ। ਨਾਰੀ ਦਇਆ ਅਨੰਤ ਹੈ। 10ਵੇਂ ਪਾਤਸ਼ਾਹ ਕਹਿੰਦੇ ਸੰਗਤ ਜੀ ਸੁਣੋ ਧਿਆਨ ਨਾਲ, ਇਸਤਰੀ ਦੇ ਅੰਦਰ ਦਇਆ ਬਹੁਤ ਹੋਇਆ ਕਰਦੀ ਹੈ। ਜਾਂ ਜਗ ਭੀਤਰ ਭਾਖ। ਇਹ ਸਾਰੇ ਕਹਿੰਦੇ ਹਨ ਇਸ ਸੰਸਾਰ ਵਿੱਚ ਪੜ ਸ਼ਾਸਤਰ ਪੜ ਕਿਆ ਕਰੈ। 6 ਸ਼ਾਸਤਰ ਪੜ੍ਹ ਲਏ, ਵੇਦ ਪੜ੍ਹ ਲਏ, ਜੇ ਦਇਆ ਨਹੀਂ ਨਾ ਮਨ ਵਿੱਚ,
ਵਿਦਿਆ ਕੀ ਕਰੇਗੀ ਪੜ੍ਹੀ ਹੋਈ। ਨਾਮ ਜਪਤ ਮਨ ਰਾਖ, ਜਿਹੜਾ ਭਾਈ ਨਾਮ ਜਪਦਾ ਹੈ, ਮਨ ਨੂੰ ਟਿਕਾ ਕੇ ਰੱਖਦਾ ਨਾ, ਉਹ ਸਾਰਿਆਂ ਨਾਲੋਂ ਸਤ ਸੰਗਤ ਜੀ ਉੱਤਮ ਹੈ। ਵਿਦਿਆ ਜਿੰਨੀ ਮਰਜ਼ੀ ਪੜ੍ਹ ਲਓ, ਬਖਤੇ ਬਣ ਜਾਓ, ਸਾਰੇ ਸੰਸਾਰ ਦੇ ਸਤ ਸੰਗਤ ਜੀ ਮੁਰਤਬੇ ਡਿਗਰੀਆਂ ਪ੍ਰਾਪਤ ਕਰ ਲਓ ਵਿਦਿਆ ਪੜ੍ਹ ਕੇ, ਪਰ ਉਹ ਲੇਖੇ ਵਿੱਚ ਨਹੀਂ ਹਨ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਪਰੀਆ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ। ਬੜੇ ਬੜੇ ਵਿਦਵਾਨ ਗੁਰੂ ਘਰ 'ਚ ਆਇਆ ਕਰਦੇ ਸੀ। ਉਹਦੇ 'ਚ ਇਹ ਨਹੀਂ ਕਿ ਆਪਾਂ ਅਨਪੜ੍ਹ ਰਹਿਣਾ ਹੈ। ਗੁਰੂ ਘਰ ਮਹਾਰਾਜ ਨੇ ਵਿਦਿਆ ਦਾ ਖਜ਼ਾਨਾ ਦਿੱਤਾ, ਪੜ੍ਹਨਾ ਹੈ। ਲੇਕਿਨ ਖਾਲਸਾ ਜੀ ਵਿਦਿਆ ਪੜ੍ਹਦਿਆਂ ਵੀ ਬਿਰਤੀ ਅਨਪੜ੍ਹਾਂ ਵਰਗੀ ਰੱਖਣੀ ਹੈ। ਵਿਦਵਾਨ ਨੂੰ ਸਤ ਸੰਗਤ ਜੀ ਉਹ ਤਾਪ ਚੜ੍ਹਦਾ ਜਿਹੜਾ ਅਨਪੜ੍ਹਾਂ ਨੂੰ ਨਹੀਂ ਚੜ੍ਹਿਆ ਹੋਇਆ। ਵਿਦਵਾਨ ਸੋਚਦਾ ਵੀ ਜੇ ਮੈਂ ਭੁੱਲ ਗਿਆ ਉੱਥੇ ਮੇਰੀ ਤਾਂ ਬੇਇੱਜ਼ਤੀ ਹੋ ਜੂ। ਸਰੋਤੇ ਨੂੰ ਇਹ ਤਾਂ ਨਹੀਂ ਚਿੰਤਾ ਖਾਲਸਾ ਜੀ ਬੈਠਾ ਨਾ ਮੌਜ ਨਾਲ। ਸੋ ਉਹ ਵਿਦਵਾਨ ਉਹ ਹਦਕ ਤਾਂ ਮੰਨਦਾ ਹੈ ਜੇ ਉਹਦੇ ਅੰਦਰ ਵਿਦਿਆ ਪੜ੍ਹਨ ਦਾ ਹੰਕਾਰ ਹੈ। ਜਿਤਨੀ ਸੰਗਤ ਹੈ ਭਾਈ ਗੁਰੂ ਸਾਹਿਬ ਦਾ ਰੂਪ ਹੈ, ਬਖਤੇ ਨਾਲੋਂ ਤਾਂ ਸੰਗਤ ਉੱਚੀ ਹੈ ਨਾ, ਗੁਰੂ ਕਾ ਰੂਪ ਜੋ ਹੋਈ। ਜੇ ਸੰਗਤ ਟੋਕ ਵੀ ਦੇਵੇ ਆਪਣੀ ਬੇਇੱਜ਼ਤੀ ਨਾ ਸਮਝੇ। ਬੇਇੱਜ਼ਤੀ ਉਦਣ ਸਮਝੇ ਜਿੱਦਣ ਖਾਲਸਾ ਜੀ ਮੁਕੱਦਮੇ ਬਾਜ਼ੀਆਂ ਲੜ ਕੇ ਜਦੋਂ ਬੜਬੜੀਆਂ ਸਰਦਾਰੀਆਂ ਨੂੰ ਰੋਲ ਕੇ ਰੱਖਦੇ ਆ ਪੁਲਿਸੀਏ, ਪੱਗ ਕਿਧਰੇ ਕਿਧਰੇ ਥੱਪੜ ਪੈਂਦੇ ਆ, ਦਾੜੀਆਂ ਕਿਧਰੇ ਪੱਟ ਕੇ ਰਹਾ, ਉਦਣ ਸਮਝੇ ਵੀ ਅੱਜ ਮੇਰੀ ਬੇਇੱਜ਼ਤੀ ਹੋਈ ਹੈ। ਜੇ ਗੁਰੂ ਕਾ ਸਿੱਖ ਕੋਈ ਫਿੱਕਾ ਬਚਨ ਬੋਲ ਦੇਵੇ ਸਮਝ ਲੈ ਮੇਰੇ ਪਾਪ ਚੱਕੇ ਗਏ। ਐਸੀ ਨਿਮਰਤਾ ਭਾਵਨਾ ਖਾਲਸਾ ਜੀ ਸੰਗਤ 'ਚ ਆਉਣਾ ਚਾਹੀਏ। ਸੋ ਆਪ ਜੀ ਕਹਿ ਰਹੇ ਨੇ ਖਟ ਸ਼ਾਸਤਰ ਪੜ੍ਹੇ ਹੋਏ, ਸਾਰੀ ਜ਼ਿੰਦਗੀ ਵਿਦਿਆ ਪੜ੍ਹ ਲਈਏ, ਕੁਝ ਨਹੀਂ ਉਹਨਾਂ ਨਾਲ ਲਾਭ ਪ੍ਰਾਪਤ ਹੋਣਾ ਜੇ ਭਜਨ ਨਾਲ ਨਹੀਂ ਭਾਈ ਆਪਣਾ ਮਨ ਭਿਓਇਆ ਹੈ ਪ੍ਰੇਮ ਨਾਲ। ਸੋ ਜਿਹਨੇ ਨਾਮ ਦੇ ਆਸਰੇ ਮਨ ਨੂੰ ਟਿਕਾਇਆ ਹੈ ਉਹਦੇ ਵਰਗਾ ਉੱਤਮ ਕੋਈ ਨਹੀਂ। ਇਸ ਪਰ ਇੱਕ ਇਤਿਹਾਸ ਹੈ। ਲੋਕ ਗੁਰਸਿੱਖੋ 10ਵੇਂ ਪਾਤਸ਼ਾਹ ਕਹਿੰਦੇ ਅਸੀਂ ਦਇਆ ਬਾਰੇ ਇੱਕ ਇਤਿਹਾਸ ਸੁਣਾਉਂਦੇ ਆ, ਸਾਖੀ ਤੁਹਾਨੂੰ। ਦਇਆ ਤੇਰੀਆ ਜਮ ਕੇ ਕੀਨ, ਇੱਕ ਇਸਤਰੀ ਨੇ ਕੁਰਬਾਨ ਕਰਤਾ ਆਪਣਾ ਸਰੀਰ, ਦਇਆ ਕੀਤੀ ਕਿਸੇ ਤੇ। ਸੰਗਤ ਸੁਣੀਐ ਵਾਰਤਾ, ਇਹ ਸੰਗਤ ਜੀ ਇਹ ਵਾਰਤਾ ਸੁਣਨ ਵਾਲੀ ਹੈ। ਜਿਮ ਫਲ ਪ੍ਰਾਪਤ ਪੀਨ, ਜਿਵੇਂ ਬੜਾ ਭਾਰੀ ਉਸ ਇਸਤਰੀ ਨੂੰ ਵੀ ਫਲ ਪ੍ਰਾਪਤ ਹੋਇਆ ਦਇਆ ਕਰਨ ਦਾ। ਇੱਕ ਪਾਰ ਦੀ ਬਨ ਮੈਂ ਗਇਓ, ਇੱਕ ਖਾਲਸਾ ਜੀ ਸ਼ਿਕਾਰੀ ਜੰਗਲ ਵਿੱਚ ਸ਼ਿਕਾਰ ਖੇਡਣ ਗਿਆ। ਖੱਗ ਮ੍ਰਿਗ ਕੋ ਸੰਘਾਰਤ ਪਇਓ, ਰੋਜ਼ ਹੀ ਜਾਂਦਾ ਸੀ, ਨਿਤ ਕਰਮ ਕਰਦਾ ਸੀ, ਮਿਰਗਾਂ ਨੂੰ ਪੰਛੀਆਂ ਨੂੰ ਮਾਰਦਾ ਸੀ। ਚਿੜੀਆ ਹਤੀ ਪਸਾਫਤ ਜਾਰੀ, ਹਰ ਵੇਲੇ ਆਪਣੀ ਜਾਲੀ ਵਿੱਚ ਚਿੜੀਆਂ ਮਾਰ ਮਾਰ ਫਸਾ ਮਾਰਦਾ ਸੀ। ਅਪਰ ਬਿਹੰਗਮ ਕੇਤ ਕੁਮਾਰੀ, ਹੋਰ ਵੀ ਬੜੇ ਪੰਛੀ ਮਾਰਦਾ ਰਹਿੰਦਾ। ਪੰਛੀ ਮਿਲ ਇਤ ਊਤ ਸਮੁਦਾਇਆ। ਇਹ ਦੇਖ ਲੋ ਖਾਲਸਾ ਜੀ ਪੰਛੀ ਵੀ ਸਿਆਣੇ ਹੁੰਦੇ ਨੇ। ਜੇ ਸੱਪ ਨਿਕਲਿਆ ਵੇ ਜੰਗਲ ਸਾਰੇ ਪੰਛੀ ਚੀਂ ਚੀਂ ਕਰਨ ਲੱਗ ਜਾਂਦੇ ਨੇ। ਇਸੇ ਤਰ੍ਹਾਂ ਬਿੱਲਾ ਆ ਜਾਵੇ ਫਿਰ ਵੀ ਪੰਛੀ ਚੀਂ ਚੀਂ ਕਰਦੇ ਵੀ ਸਾਨੂੰ ਖਾਣ ਵਾਲਾ ਹੈ। ਬਾਜ ਆ ਜੇ ਕਿਸੇ ਸੱਤ ਸੰਜੀ ਦਰਖਤਾਂ ਤੇ, ਚਿੜੀਆਂ ਵਿਚਾਰੀਆਂ ਲੁਕਣ ਨੂੰ ਥਾਂ ਨਹੀਂ ਤੇ ਉਹਦਾ ਰੋਣ ਲੱਗ ਜਾਂਦੀਆਂ। ਇਹ ਪੰਛੀਆਂ ਨੂੰ ਜਦੋਂ ਸੱਤ ਸੰਜੀ ਜਾਂਦਾ ਸ਼ਿਕਾਰੀ, ਸਾਰੇ ਪੰਛੀ ਕਰਲਾਟ ਪਾ ਦਿੰਦੇ ਜੰਗਲ ਦੇ। ਨਾਦਤ ਬਹੁਤ ਬਿਰਲਾਪ ਸੁਨਾਇਆ, ਥਾਂ ਥਾਂ ਬਰਲਾਪ ਜਾਨ ਪਿਆਰੀ ਹੈ ਭਾਈ ਸਭ ਨੂੰ ਪੰਛੀਆਂ ਨੂੰ। ਉੱਚੀ ਉੱਚੀ ਬੋਲਣ ਲੱਗ ਗਏ ਜਦੋਂ ਇਹ ਸ਼ਿਕਾਰੀ ਗਿਆ ਜੰਗਲ ਵਿੱਚ। ਬਨ ਮੈਂ ਵਿਆਕੁਲ ਬਿਖੈ ਬਿਹੰਗ, ਜਦੋਂ ਬੜੇ ਸੱਤ ਸੰਜੀ ਘਬਰਾਏ ਹੋਏ ਪੰਛੀ ਦੇਖੇ ਜੰਗਲ ਵਿੱਚ ਸ਼ਿਕਾਰੀ ਨੇ, ਬਦਕ ਸੋਚ ਹਿਰਦੇ ਬੁਲੰਦ, ਜਾਗ ਪਿਆ ਕੋਈ ਪੁੰਨ ਸ਼ਿਕਾਰ ਤਾਂ ਰੋਜ਼ ਹੀ ਖੇਡਦਾ ਸੀ। ਜਦੋਂ ਸੋਚਣ ਲੱਗ ਗਿਆ ਕਿ ਪੰਛੀ ਕਿਉਂ ਰੌਲਾ ਪਾਉਂਦੇ ਨੇ, ਮਨ ਸੋ ਕਹੈ ਦਇਆ ਉਰ ਧਰੈ, ਕਹਿੰਦਾ ਓਏ ਮਨਾ ਸਾਰੀ ਜ਼ਿੰਦਗੀ ਤੇਰੇ ਪਾਪ ਕਰਦੇ ਦੀ ਲੰਘ ਗਈ। ਆਹੀ ਜੰਗਲ ਹੈ ਜਿੱਥੇ ਦੁਨੀਆ ਆ ਕੇ ਭਜਨ ਕਰਕੇ ਮੁਕਤ ਹੁੰਦੀ ਹੈ। ਇਸੇ ਜੰਗਲ 'ਚ ਆ ਕੇ ਤੂੰ ਪਾਪ ਕਰਦਾ ਹੈ। ਇਹ ਵਿਚਾਰ ਮਨ ਵਿੱਚ ਆ ਗਈ। ਬਨ ਮਹਿ ਤਪਸੀ ਤਪ ਕੋ ਕਰੈ, ਜੰਗਲ 'ਚ ਬੜੇ ਬੜੇ ਤਪੱਸੀ ਤਪੱਸਿਆ ਕਰਦੇ, ਜਨਮ ਸਫਲਾ ਕਰਦੇ। ਮਹਿ ਪਾਲਕ ਪੀ ਰਾਜ ਤਜਤ ਹੈ, ਮੈਂ ਕੀ ਗਰੀਬ ਕੀ ਬੜੇ ਬੜੇ ਰਾਜੇ ਰਾਜ ਭਾਗ ਰਾਜਧਾਨੀਆਂ ਤਿਆਗ ਕੇ ਇਸ ਜੰਗਲ 'ਚ ਆ ਕੇ ਭਜਨ ਕਰਦੇ। ਬਨ ਮੈਂ ਤਪਕਾਰੀ ਈਸ਼ ਭਜਤ ਹੈ, ਸਾਰੇ ਜੰਗਲ ਵਿੱਚ ਟਿਕ ਕੇ ਇਕਾਂਤ ਹੋ ਕੇ ਭਜਨ ਕਰਦੇ ਈਸ਼ਵਰ ਦਾ। ਹਮ ਨਰ ਤਨ ਹੋਏ ਆਸ ਪਾਪੀ, ਮਨਾ ਤੂੰ ਵੀ ਮਾਨਸ ਦੇਹੀ ਤਾਂ ਧਾਰੀ ਹੈ। ਤੇਰੇ ਕਰਮ ਇਹੇ ਜਿਹੀ ਨੇ। ਜੰਗਲ 'ਚ ਤੂੰ ਆਉਣਾ ਉਹਨਾਂ ਤਪੱਸੀਆਂ ਵਾਂਗੂ ਹੀ,
ਉਹ ਮੁਕਤ ਹੋ ਜਾਣਗੇ। ਤੂੰ ਆਪਦੇ ਫਾਹੇ ਪਾਉਣਾ ਗਲ ਚ ਉਸੇ ਜੰਗਲ ਚ ਆ ਕੇ। ਤੂੰ ਆ ਕੇ ਪਾਪ ਕਰਦਾ ਹੈ। ਬਨ ਮਹਿ ਪੀ ਹਮ ਆਏ ਜਦਾਪੀ। ਸੋਚਦਾ ਮੈਂ ਉਹਨਾਂ ਤਪੱਸੀਆਂ ਵਾਂਗੂ, ਰਾਜ ਭਾਗ ਤਿਆਗਣ ਵਾਲੇ ਰਾਜਿਆਂ ਵਾਂਗੂ ਜੰਗਲ ਚ ਮੈਂ ਵੀ ਆਉਂਦਾ ਹਾਂ ਰੋਜ਼। ਫਤਿਹ ਜੀਵ ਗਨ ਮਹਾ ਸੰਤਾਪੀ। ਪਰ ਮੈਂ ਬਹੁਤ ਦੁੱਖ ਰੂਪ ਹੈ ਇਹਨਾਂ ਸਾਰੇ ਪੰਛੀਆਂ ਵਾਸਤੇ। ਰੋਜ਼ ਸਾਰੇ ਪੰਛੀਆਂ ਦਾ ਖੂਨ ਪੀਣਾ ਆ ਕੇ। ਭਲੋ ਕਰਮ ਨ ਕੀਨ ਕਦਾਪੀ। ਮਨ ਨੂੰ ਸਮਝਾਉਂਦਾ ਕੋਈ ਪੁੰਨ ਜਾਗ ਪਿਆ, ਵਿਚਾਰ ਆ ਗਈ ਮੈਂ ਤਾਂ ਕਦੇ ਚੰਗਾ ਕਰਮ ਕੀਤਾ ਹੀ ਨਹੀਂ। ਜਹਾਂ ਆਏ ਨਰ ਜਨਮ ਸੁਧਾਰੈ। ਜਿਹੜੇ ਬਨ ਵਿੱਚ ਆ ਕੇ ਲੋਕ ਆਪਣਾ ਜਨਮ ਸੁਧਾਰਦੇ, ਜਨਮਾਂ ਜਨਮਾਂ ਦੇ ਖਿੰਡੇ ਹੋਏ ਮਨ ਨੂੰ ਰੋਕ ਕੇ ਭਗਤੀ ਕਰਦੇ, ਤਹਾਂ ਪਹੁੰਚ ਹਮ ਜੀਵਨ ਮਾਰੈ। ਉਸੇ ਪਾਵਨ ਜੰਗਲ ਦੀ ਭੂਮੀ ਚ ਆ ਕੇ ਬੈਠ ਕੇ ਮੈਂ ਥੋਂ ਥੋਂ ਫਿਰ ਕੇ ਜੀਵ ਮਾਰਦਾ ਹਾਂ। ਤਿਕ ਹਮ ਜਨਮ ਕਰਮ ਤਿਕ ਬ੍ਰਿੰਦ। ਕਹਿੰਦਾ ਮਨਾ ਤੇਰਾ ਕੰਮ ਸ਼ਿਕਾਰ ਖੇਡਣ ਦਾ ਤਰਕਾਰ ਹੈ, ਔਰ ਤੇਰਾ ਜਨਮ ਵੀ ਤਰਕਾਰ ਹੈ। ਜੰਮਣ ਕੁਣੋਂ ਕੀ ਖੜਾ ਸੀ, ਜਿਸ ਤੇ ਹਿੰਸਾ ਕਰਤ ਬੁਲੰਦ। ਜਿਸ ਕਰਕੇ ਤੂੰ ਹਰ ਵੇਲੇ ਜੀਵ ਮਾਰਦਾ ਰਹਿੰਦਾ। ਹਟਿਓ ਤਬੈ ਔਰ ਬਿਖੈ ਵਿਚਾਰੀ। ਖਾਲਸਾ ਜੀ ਉਸੇ ਤਰ੍ਹਾਂ ਮੁੜਿਆ ਆਇਆ, ਸ਼ਿਕਾਰ ਨਹੀਂ ਖੇਡਿਆ, ਕੋਈ ਚਿੜੀ ਨਹੀਂ ਮਾਰੀ, ਰੌਲਾ ਪਾਉਂਦੇ ਪੰਛੀ ਛੱਡਿਆ ਆ, ਮੁੜ ਪਿਆ ਉੱਥੋਂ। ਬਿਕਰਮਜੀਤ ਅਬੈ ਉਪਕਾਰੀ। ਕੀ ਸੋਚਿਆ, ਕਹਿੰਦਾ ਮੈਂ ਜਿਹੜਾ ਪਿੱਛੇ ਪਾਪ ਕਰ ਚੁੱਕਿਆ ਉਹਦਾ ਯਤਨ ਕਰਾਂ ਕਿਵੇਂ ਮਿਟੇ। ਇਸ ਵੇਲੇ ਧਰਮਾਤਮਾ ਰਾਜਾ ਬਿਕਰਮਾਜੀਤ ਹੈ। ਕੱਲ ਵੀ ਆਪਾਂ ਸਤਸੰਗ ਯੁਗਾਂ ਦਾ ਨਿਆਂ ਜਿੱਥੇ ਹੈ, ਅੱਗੇ ਲੋਕ ਧਰਮਾਤਮਾ ਰਾਜਿਆਂ ਕੋਲੋਂ ਨਿਆਂ ਕਰਾਇਆ ਕਰਦੇ ਸੀ। ਜੇ ਪਾਪ ਕਰ ਬੈਠਣਾ ਤਾਂ ਰਾਜੇ ਨੂੰ ਪਰਮੇਸ਼ਰ ਰੂਪ ਕਰਕੇ ਸਮਝਣਾ, ਰਾਜੇ ਕੋਲੇ ਜਾਣਾ, ਰਾਜਨ ਮੈਨੂੰ ਕੋਈ ਦੰਡ ਦੇ ਦੇ, ਮੈਂ ਪਾਪ ਕਰ ਬੈਠਾ। ਆਪਾਂ ਵੀ ਭਾਈ ਗੁਰਮਤ ਦੇ ਧਾਰਨੀ ਜੇ ਕੋਈ ਪਾਪ ਕਰ ਬੈਠੀਏ ਸੰਗਤ ਤੋਂ ਆ ਕੇ ਬਖਸ਼ਾਉਂਦੇ ਹਾਂ ਕਿ ਨਹੀਂ। ਸੰਗਤ ਹੀ ਆਪਣਾ ਆਸਰਾ, ਗੁਰੂ ਸਾਹਿਬ ਆਪਣੇ ਆਸਰਾ ਹਨ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਇਹ ਸ਼ਿਕਾਰੀ ਨੇ ਸੋਚਿਆ ਕਿ ਧਰਮਾਤਮਾ ਰਾਜਾ ਬਿਕਰਮਾਜੀਤ ਰਾਜ ਕਰ ਰਿਹਾ ਇਸ ਵੇਲੇ, ਉਜੈਨ ਰਾਜਧਾਨੀ ਹੈ। ਮੈਂ ਉਹਦੇ ਕੋਲੇ ਜਾ ਕੇ ਪਛਤਾਪ ਕਰਾਂ ਕਿ ਮੈਂ ਬੜੇ ਪਾਪ ਕੀਤੇ ਨੇ, ਇਹਨਾਂ ਦਾ ਜੇ ਤੂੰ ਮੈਨੂੰ ਦੰਡ ਦੇ ਦੇਵੇਂ ਤਾਂ ਮੈਨੂੰ ਨਰਕਾਂ ਨੂੰ ਨਾ ਜਾਣਾ ਪਵੇ। ਤਿਸ ਟਿਕ ਜਲ ਕਰ ਜਨਮ ਸੁਧਾਰੋ। ਮੁੜ ਪਿਆ ਇਹ ਵਿਚਾਰ ਕਰਕੇ ਕਿ ਰਾਜੇ ਕੋਲੇ ਜਾਵਾਂ, ਆਪਣਾ ਸਜ਼ਾ ਲੈ ਕੇ ਪਾਪਾਂ ਦੀ ਆਪਣਾ ਜਨਮ ਸੁਧਾਰਾਂ। ਸਹੋਂ ਦੰਡ ਅਗ ਭਾਰ ਉਤਾਰੋ। ਪਾਪਾਂ ਦਾ ਭਾਰ ਉਤਰ ਜੂ ਮੈਂ ਜੇ ਦੰਡ ਦੇ ਦੇਵੇ ਰਾਜਾ ਮੈਨੂੰ। ਇਮ ਵਿਚਾਰ ਤਿਸ ਪੁਰ ਕੋ ਚਾਲਾ। ਇਉਂ ਵਿਚਾਰ ਕੇ ਖਾਲਸਾ ਜੀ ਰਾਜਧਾਨੀ ਉਜੈਨ ਨੂੰ ਮੁੜ ਪਿਆ। ਆਗੈ ਆਪ ਤੋ ਤੋਪ ਭਾਲਾ। ਅਚਨ ਚੇਤ ਸਤਸੰਗ ਜੀ ਰਾਜਾ ਵੀ ਘੋੜੇ ਤੇ ਚੜਿਆ ਆ ਰਿਹਾ ਸੀ ਅਮੀਰਾਂ ਵਜ਼ੀਰਾਂ ਦੇ ਸਮੇਤ। ਚੜਿਓ ਤਰੰਗ ਸੰਗ ਜਹ ਸੈਨਾ। ਨਾਲ ਸਤਸੰਗ ਜੀ ਫੌਜ ਹੈ, ਬਹੁਤ ਅਮੀਰ ਵਜ਼ੀਰ ਅਹਿਲਕਾਰ ਹਨ। ਘੋੜੇ ਤੇ ਚੜਿਆ ਹੋਇਆ ਬਿਕਰਮਾਜੀਤ। ਸਮੁਖ ਪਾਰ ਦੀ ਦੇਖਿਓ ਨੈਣਾ। ਜਦੋਂ ਸਾਹਮਣੇ ਜਾਣ ਕੇ ਵੱਥ ਕੇ ਵੀ ਮੂਹਰੇ ਆਇਆ ਰਾਜੇ ਦੇ ਇਹ ਸ਼ਿਕਾਰੀ। ਪਾਪੀ ਜਾਨ ਲੀਨ ਪਕਰਾਏ। ਉਸੇ ਵੇਲੇ ਬਿਕਰਮਾਜੀਤ ਦਾ ਮਨ ਵੀ ਸਤਸੰਗ ਜੀ ਇੱਧਰ ਫੁਰਨਾ ਫੁਰਿਆ ਆ ਕਿ ਪਾਪੀ ਕਿੱਧਰੋਂ ਆ ਰਿਹਾ, ਅੱਜ ਮੱਥੇ ਲੱਗਿਆ। ਆਪਦੇ ਨੌਕਰਾਂ ਨੂੰ ਕਹਿੰਦਾ ਫੜੋ ਇਸ ਨੂੰ, ਸ਼ਿਕਾਰੀ ਨੂੰ। ਬੰਦ 5 ਦਿਨ ਦਈ ਸਜਾਏ। 5 ਦਿਨ ਬੰਨ ਕੀ ਸਤਸੰਗ ਜੀ ਇਸ ਨੂੰ ਬੰਨ ਲਿਆ। 5 ਦਿਨ ਤਾਂ ਲਗਾਤਾਰ ਸਜ਼ਾ ਦਿੰਦੇ ਰਹੇ ਕਿ ਇਹ ਮੇਰੇ ਰਾਜ ਵਿੱਚ ਰਹਿੰਦਾ ਪਾਪੀ ਸ਼ਿਕਾਰੀ, ਰੋਜ਼ ਪਾਪ ਕਰਦਾ। ਇੱਕ ਦਾਸੀ ਨੇ ਮਾਰਤ ਦੇਖਾ। ਜਦੋਂ ਖਾਲਸਾ ਜੀ ਦੇ ਕੁੱਟ ਪੈਂਦੀ ਸੀ ਨਾ, ਚੁੱਪ ਤਾਂ ਰਿਹਾ ਨਹੀਂ ਜਾਂਦਾ, ਦੁੱਖ ਤਾਂ ਲੱਗਦਾ ਨਾ ਕੁੱਟ ਦਾ ਜਿਸ ਵੇਲੇ ਪੈਂਦੀ ਹੈ। ਇਹ ਜਿਸ ਵੇਲੇ ਦੀ ਆਵਾਜ਼ ਦੁੱਖ ਭਰੀ ਸੁਣੀ, ਇਹਦੇ ਸਤਸੰਗ ਜੀ ਰਾਜਧਾਨੀ ਦੀ ਦਾਸੀ ਨੇ ਦੇਖ ਲਿਆ ਕਿ ਇੰਨਾ ਦੁਖੀ ਹੈ ਇਹ, ਇਹਦੇ ਤੇ ਡੰਨ ਭੋਗ ਰਿਹਾ, ਸੱਟ ਲੱਗ ਰਹੀ ਹੈ। ਮਨ ਮੈਂ ਉਪਜੀ ਦਇਆ ਵਿਸ਼ੇਖਾ। ਉਹ ਦਾਸੀ ਅਸਤੀ ਦੇ ਖਾਲਸਾ ਜੀ ਮਨ ਵਿੱਚ ਦਇਆ ਆਈ। ਪੁਰਖ ਬੇਖ ਧਰ ਆਪ ਬੰਧਾਇਓ। ਛਡਾਉਣਾ ਚਾਹਿਆ ਖਾਲਸਾ ਜੀ ਉਸਨੇ ਕਿ ਵਿਚਾਰਾ ਦੁਖੀ ਹੈ, ਇਹਦੇ ਪੁਲਸੀਏ ਮਾਰ ਪਾਉਂਦੇ ਨੇ, ਇਹਨੂੰ ਛਡਾਵਾਂ ਤਾਂ ਠੀਕ ਹੈ। 5 ਦਿਨ ਤਾਂ ਇਹਨੇ ਸਤਸੰਗ ਜੀ ਮਾਰ ਸਹਾਰ ਲਈ। ਉਹ ਇਸਤਰੀ ਦੇ ਮਨ ਵਿੱਚ ਦਇਆ ਆਈ। ਉਸਨੇ ਕੀ ਕੀਤਾ ਖਾਲਸਾ ਜੀ, ਪੁਲਿਸ ਵਾਲਿਆਂ ਨੂੰ ਕੁਝ ਪੈਸੇ ਦੇ ਕੇ ਰਾਤ ਨੂੰ ਸਤਸੰਗ ਜੀ ਮਰਦਾਨਾ ਭੇਸ ਬਣਾ ਕੇ ਨਾ ਇਹਦੇ ਤੋਂ ਜੇਲ੍ਹ ਵਿੱਚ ਜਾ ਵੜੀ। ਉਹਨੂੰ ਕਢਾ ਦਿੱਤਾ, ਕਹਿੰਦੀ ਜਾ ਤੂੰ ਨਿਕਲ ਜਾ, ਕਿਉਂ ਦੁਖੀ ਹੁੰਨਾ, ਮੈਂ ਆਪੇ ਸੰਕਟ ਸਹਾਰ ਲਾਂਗਾ। ਕਿਉਂ ਮਰਦਾਨਾ ਭੇਸ ਬਣਾਇਆ ਹੋਇਆ ਸੀ, ਇਹਦੇ ਤੋਂ ਆਪ ਕੈਦ ਵਿੱਚ ਚਲੀ ਗਈ।
ਮਰਦਾਨੇ ਕੱਪੜੇ ਪਾ ਕੇ ਤਤ ਛਿਨ ਪੰਧ ਕੋ ਸ਼ਰਵਾਇਓ ਔਰ ਛੇਤੀ ਹੋਈ ਪੁਲਸੀਆਂ ਤੋਂ ਪਾਪੀ ਸ਼ਿਕਾਰੀ ਨੂੰ ਛਡਾਤਾ। ਬੀਤ ਗਇਓ ਜਬ ਏਕ ਮਹੀਨਾ ਇੱਕ ਰਾਜਿਆਂ ਦਾ ਖਿਆਲ ਹੁੰਦਾ ਖਾਲਸਾ ਜੀ, ਜਦੋਂ ਚੇਤੇ ਕਰਦੇ ਐ, ਭੁੱਲੀ ਗਿਆ ਰਾਜਾ ਵੀ ਜਿਹੜਾ ਉਹ 5 ਦਿਨ ਸਜ਼ਾ ਦਿੱਤੀ ਅੰਦਰ ਕੀਤਾ ਸ਼ਿਕਾਰੀ, ਉਹਨੂੰ ਲਿਆਓ। 1 ਮਹੀਨਾ ਲੰਘ ਗਿਆ। ਯਾਦ ਨਰੇਸ਼ਰ ਨੇ ਔਰ ਕੀਨਾ 1 ਮਹੀਨੇ ਬਾਅਦ ਬਿਕਰਮਾਜੀਤ ਨੇ ਚੇਤੇ ਕੀਤਾ, ਕਹਿੰਦੇ ਵੀ ਉਹ ਜਿਹੜੇ ਸ਼ਿਕਾਰੀ ਨੂੰ 5 ਦਿਨ ਸਜ਼ਾ ਦਿੱਤੀ ਹੈ ਉਹ ਅੰਦਰ ਹੀ ਆ, ਜੇਲ੍ਹ ਦੇ ਲਿਆਓ, ਉਸ ਨੂੰ ਹਾਜ਼ਰ ਕਰੋ। ਸ਼ਾਹੋ ਬਨ ਕੀ ਹੁਤੀ ਜੋ ਦਾਸੀ ਇਹ ਕਿਸੇ ਸ਼ਾਹੂਕਾਰ ਬਾਣੀਆਂ ਦੀ ਦਾਸੀ ਸੀ ਜਿਹੜੀ। ਤਤ ਛਿਨ ਗਮਨੀ ਭੂਪ ਤਪਾਸੀ ਇਹ ਸਤ ਸੰਗਤ ਜੀ ਇਸੇ ਨਹੀਂ ਜਾਣਾ ਸੀ ਵੀ ਰਾਜੇ ਦੇ ਬੁਲਾਉਣ ਤੇ ਉਹ ਸ਼ਿਕਾਰੀ ਤਾਂ ਛਡਾ ਦਿੱਤਾ ਇਸਨੇ ਜੇਲ੍ਹ ਦੇ ਵਿੱਚੋਂ। ਇਹ ਖਾਲਸਾ ਜੀ ਜਦੇ ਕਚਹਿਰੀ 'ਚ ਹਾਜ਼ਰ ਹੋਈ ਰਾਜੇ ਕੋਲੇ, ਧਨ ਕੁਛ ਦੇ ਮੁਕਰਾਏ ਸਿਪਾਹੀ ਸਿਪਾਹੀਆਂ ਨੂੰ ਧਨ ਦੇ ਦਿੱਤਾ ਕਿ ਦੱਸਿਓ ਨਾ ਕਿ ਸ਼ਿਕਾਰੀ ਦੇ ਥਾਂ ਮੈਂ ਜਾਣ ਕੇ ਅੰਦਰ ਜੇਲ੍ਹ 'ਚ ਆਈ ਹਾਂ। ਠਾਂਡੀ ਭਈ ਜਾਏ ਨਿਰਪ ਪਾਹੀ ਸਾਹਮਣੇ ਖੜੀ ਹੋ ਗਈ ਖਾਲਸਾ ਜੀ ਇਹ ਬਾਣੀਆਂ ਦੀ ਦਾਸੀ, ਜਿਹਦੇ ਮਨ 'ਚ ਦਇਆ ਸੀ, ਸ਼ਿਕਾਰੀ ਨੂੰ ਛਡਾ ਦਿੱਤਾ, ਆ ਮਰਦਾਨਾ ਭੇਸ ਧਾਰ ਕੇ ਜੇਲ੍ਹ ਵਿੱਚ ਵੜ ਗਈ ਸੀ। ਦੇਖ ਚਿਨ ਰਾਜਾ ਪਰਮਾਇਓ ਰਾਜਾ ਹੈਰਾਨ ਹੋ ਗਿਆ ਦੇਖ ਕੇ ਵੀ ਇਹ ਚੋਰ ਜਿਹੜਾ ਸ਼ਿਕਾਰੀ ਆਦਮੀ ਹੈ ਕਿ ਇਸਤਰੀ ਹੈ। ਸਭਾ ਵਿਖੇ ਕਹਿ ਬੂਝਤ ਭਇਓ ਕਚਹਿਰੀ ਵਿੱਚ ਬਿਕਰਮਾਜੀਤ ਪੁੱਛਦਾ, ਨਾਰੀ ਕਦੋਂ ਪੁਰਖ ਤੂੰ ਐ ਹੈ ਤੂੰ ਦੱਸ ਬਈ ਇਸਤਰੀ ਹੈ ਕਿ ਪੁਰਸ਼ ਹੈ? ਕਿਉਂ ਤੂੰ ਪਾਪ ਕਰਤ ਬੋਰ ਹੈ ਕਿਉਂ ਤੂੰ ਪਾਪ ਕਰਦਾ ਰਿਹਾ, ਸ਼ਿਕਾਰ ਖੇਡਦਾ ਰਿਹਾ? ਸੁਨ ਬੋਲੀ ਹੈ ਭੂਪਤ ਪਾਪੀ ਉਸ ਵੇਲੇ ਖਾਲਸਾ ਜੀ ਉਹਨੇ ਆਪਣੇ ਆਪ ਨੂੰ ਜ਼ਾਹਰ ਕਰ ਦਿੱਤਾ, ਕਹਿਣ ਲੱਗੀ, ਹੇ ਰਾਜਨ ਤੂੰ ਮੇਰੇ ਨਾਲੋਂ ਵੀ ਪਾਪੀ ਹੈ। ਮੈਂ ਫੰਦਕ ਪਾਪੀ ਸੰਤਾਪੀ ਮੈਂ ਜੀਵਾਂ ਨੂੰ ਦੁੱਖ ਦੇਣ ਵਾਲਾ ਸ਼ਿਕਾਰੀ ਸੀ। ਮਹਾ ਪਾਪ ਤੇਰੋ ਮੈਂ ਦੁੱਖ ਦੇਖੋ ਮੇਰੇ ਨਾਲੋਂ ਤਾਂ ਤੈਨੂੰ ਮੈਂ ਪਾਪੀ ਦੇਖਿਆ, ਤੂੰ ਮੇਰੇ ਨਾਲੋਂ ਵੀ ਪਾਪੀ ਹੈ। ਮੈਂ ਮਨ ਅਚਰਜ ਭਇਓ ਵਸੇਖੋ ਮੇਰਾ ਮਨ ਹੈਰਾਨ ਹੋ ਰਿਹਾ ਹੈ। ਉਹ ਇਸਤਰੀ ਲੱਗੀ ਕਹਿਣ, ਤੁਬ ਘਰ ਕੋ ਭੋਜਨ ਅਰ ਬਾਰੀ ਮੈਂ ਜੇਲ੍ਹ 'ਚ ਫਸ ਕੇ ਤੇਰੇ ਘਰ ਦਾ ਅੰਨ ਜਲ ਛਕਿਆ। ਕਾਵਤ ਹੀ ਪਲਟਿਓ ਤਨ ਨਾਰੀ ਮੈਂ ਸੋਹਣਾ ਮਰਦ ਸੀ, ਤੇਰੇ ਘਰ ਦਾ ਅੰਨ ਖਾ ਕੇ ਮੈਂ ਨਾਰੀ ਵਾਲੇ ਚੰਨ ਧਾਰ ਲਏ, ਮੈਂ ਇਸਤਰੀ ਬਣ ਗਈ। ਪੁਰਖ ਦੇ ਕਰ ਦੀਜੈ ਮੋਹੀ ਅੱਜ ਮੈਂ ਤੇਰੇ ਸਿਰ ਚੜ ਕੇ ਮਰ ਜੂ, ਨਹੀਂ ਤਾਂ ਮੈਨੂੰ ਆਦਮੀ ਬਣਾ ਦੇ। ਰਾਜੇ ਨੂੰ ਆਪ ਦੀ ਚਿੰਤਾ ਹੋ ਗਈ, ਕਹਿੰਦਾ ਓਹੋ ਮੈਂ ਤਾਂ ਸ਼ਿਕਾਰੀ ਨਾਲੋਂ ਵੀ ਜ਼ਿਆਦਾ ਪਾਪੀ, ਮੇਰੇ ਘਰ ਦਾ ਅੰਨ ਖਾ ਕੇ ਆ ਸ਼ਿਕਾਰੀ ਸੀ ਜਿਹੜਾ ਇਸਤਰੀ ਬਣ ਗਿਆ। ਜਦੇ ਹੀ ਇਹਨੂੰ ਚਿੰਤਾ ਹੋ ਗਈ। ਨਤ ਮੈਂ ਮਰੋ ਅਗਰ ਅਬ ਤੋਹੀ ਕਹਿਣ ਲੱਗੀ, ਨਹੀਂ ਤੇਰੇ ਸਿਰ ਚੜ ਕੇ ਮਰ ਜੂਗੀ, ਮੈਨੂੰ ਆਦਮੀ ਬਣਾ। ਸੁਨ ਮਹੀਪ ਮਨ ਹਵੈ ਬਿਸਮਾਨਾ ਰਾਜਾ ਹੈਰਾਨ ਹੋ ਰਿਹਾ ਵੀ ਸ਼ਿਕਾਰੀ ਚੰਗਾ ਫਕੜਿਆ, ਮੈਂ ਸਜ਼ਾ ਦਿੱਤੀ, ਇਹ ਤਾਂ ਮੇਰੇ ਘਰ ਦਾ ਅੰਨ ਖਾ ਕੇ ਇਸਤਰੀ ਰੂਪ ਹੀ ਧਾਰ ਗਿਆ ਹੈ ਵੀ ਇਹ ਸੱਚਾ। ਹੁਣ ਮੈਂ ਕਿਵੇਂ ਯਤਨ ਕਰਾਂ, ਮੇਰਾ ਫਰਜ਼ ਬਣਦਾ ਇਹਨੂੰ ਇਸਤਰੀ ਤੋਂ ਆਦਮੀ ਬਣਾਵਾਂ। ਮੈਂ ਹੈ ਸ਼ੌਕ ਮੈਂ ਭਾਗਲ ਤਾਨਾ ਬਹੁਤ ਹੀ ਡੁੱਬ ਗਿਆ ਸੋਗ ਵਿੱਚ ਬਿਕਰਮਾਜੀਤ। ਕਰੋ ਯਤਨ ਮੈਂ ਨਹਿਤ ਨਹਿਤ ਜੈ ਪਰਾਨਾ ਜੇ ਇਹਨੇ ਪ੍ਰਾਣ ਸ਼ਿਕਾਰੀ ਨੇ ਇਸਤਰੀ ਰੂਪ ਵਿੱਚ ਛੱਡ ਦਿੱਤੇ, ਮੈਨੂੰ ਤਾਂ ਉਲਟਾ ਪਾਪ ਲੱਗਿਆ। ਮੈਂ ਪਾਪੀ ਸਮਝ ਕੇ ਫੜਿਆ ਸੀ, ਮੇਰੇ ਘਰ ਦਾ ਅੰਨ ਤਾਂ ਉਦੋਂ ਵੀ ਪਾਪ ਦਾ ਗਰਸਿਆ ਹੋਇਆ ਹੈ। ਹੁਣ ਮੈਂ ਕੋਈ ਯਤਨ ਕਰਾਂ ਇਹਨੂੰ ਆਦਮੀ ਬਣਾਉਣ ਵਾਸਤੇ ਇਸਤਰੀ ਤੋਂ, ਨਹੀਂ ਤਾਂ ਇਹ ਪ੍ਰਾਣ ਤਿਆਗ ਦੂਗੀ। ਬਹੁਤ ਚਿੰਤਾ ਕਰ ਬੌਰ ਬਖਾਨਾ ਬੜੀ ਚਿੰਤਾ ਕਰਕੇ ਖਾਲਸਾਈ ਸੋਚ ਕੇ ਕਿਹਾ ਬਿਕਰਮਾਜੀਤ ਨੇ, ਹਿਮ ਦੇ ਧੀਰਜ ਰਾਤ ਗੁਜ਼ਾਰੀ ਧੀਰਜ ਦੇ ਕੇ ਇਸ ਨੂੰ ਕਿ ਤੂੰ ਮਰਨਾ, ਮੈਂ ਤੈਨੂੰ ਆਦਮੀ ਬਣਾਉਣ ਦੀ ਕੋਸ਼ਿਸ਼ ਕਰਦਾ। ਰਾਜਾ ਕਹਿੰਦਾ, ਉਠਿਓ ਅਪਰਾਧ ਕੀ ਨਿਸਤਬ ਤਿਆਰੀ ਸਵੇਰੇ ਸਾਜਰੇ ਉੱਠਿਆ, ਰਾਜੇ ਨੇ ਤਿਆਰੀ ਕੀਤੀ। ਚੜ ਤਰੰਗ ਪਰਬੰਦ ਮਹਿ ਗਇਓ ਆਹੀ ਆਸਰਾ ਸੀ, ਲੋਕ ਤਪੱਸਿਆ ਕਰਿਆ ਕਰਦੇ, ਜੇ ਕੋਈ ਕਾਮਨਾ ਪੂਰੀ ਕਰਨੀ ਹੁੰਦੀ ਭਜਨ ਕਰਦੇ, ਇਕਾਂਤ ਵਿੱਚ ਆ ਕੇ ਵਾਹਿਗੁਰੂ ਦੀ ਓਟ ਲਿਆ ਕਰਦੇ। ਇਹ ਜੰਗਲ ਵਿੱਚ ਚਰਿਆ ਗਿਆ ਕੱਲਾ ਹੀ ਬਿਕਰਮਾਜੀਤ। ਇਤ ਉਤ ਦੇਖਤ ਬਿਜਰਤ ਭਇਓ ਇੱਧਰ ਦੇਖਦਾ ਕੋਈ ਦਰਗਾਹ ਦਾ ਬਖਸ਼ਿਆ ਸਾਧੂ ਤਪੱਸੀ ਮਿਲ ਜਾਵੇ, ਉਹਦੇ ਕੋਲੋਂ ਆਸ਼ੀਰਵਾਦ ਲੈ ਕੇ ਮੈਂ ਜੇਲ੍ਹ ਵਿੱਚੋਂ ਸ਼ਿਕਾਰੀ ਜਿਹੜਾ ਇਸਤਰੀ ਬਣ ਗਿਆ ਮੇਰਾ ਅੰਨ ਖਾ ਕੇ ਘਰ ਦਾ, ਉਹਨੂੰ ਮਰਦ ਬਣਵਾ ਲਵਾਂ। ਤਹਾਂ ਪਾਰ ਦੀ ਬੈਠਿਓ ਸੋਏ ਕੀ ਦੇਖਿਆ ਖਾਲਸਾ ਜੀ, ਉਹੀ ਸ਼ਿਕਾਰੀ ਜਿਹੜਾ ਇਸਤਰੀ ਨੇ ਛਡਾਇਆ ਸੀ ਉਹ ਘਰ ਨਹੀਂ ਗਿਆ। ਮਨ ਵਿੱਚ ਵਿਰਾਗ ਜਾਗਿਆ, ਮਨਾ ਮੇਰੇ ਤੇ ਦਇਆ ਕੀਤੀ ਐਸ ਇਸਤਰੀ ਨੇ, ਮੈਂ ਹੁਣ ਭਜਨ ਕਰਾਂ। ਇਹ ਜਾ ਕੇ ਤਪੱਸੀ ਦਾ ਰੂਪ ਧਾਰ ਕੇ ਭਜਨ ਕਰਨ ਲੱਗ ਗਿਆ ਖਾਲਸਾ ਜੀ। ਉਹ ਸ਼ਿਕਾਰੀ
ਵਿਕਰਮਾਜੀਤ ਨੇ ਜਾ ਦੇਖਿਆ, ਇਹਨੂੰ ਪਤਾ ਨਹੀਂ ਬਈ ਉਹੀ ਸ਼ਿਕਾਰੀ ਹੈ। ਤਪ ਹਿਤ ਬੈਸ ਤਪਾਪਸੀ ਹੋਏ, ਉਹ ਤਪ ਕਰਨ ਵਾਸਤੇ ਤਪੱਸੀ ਬਣ ਕੇ ਬੈਠਾ ਹੈ। ਮੈਂ ਪਤ ਨੇ ਅਵਲੋਕਨ ਸੀਨਾ, ਜਦੋਂ ਵਿਕਰਮਾਜੀਤ ਨੇ ਜਾ ਕੇ ਦੇਖਿਆ, ਜਾਣ ਤਪੀ ਬੰਧਨ ਕੀਨਾ, ਜਾ ਕੇ ਮੱਥਾ ਟੇਕਿਆ ਕਿ ਬੜਾ ਤਪੀਸਰ ਹੈ ਬੈਠਾ, ਹੋਏ ਅਨਿਸ਼ਤ ਸੋ ਥਿਰ ਰਹਿਓ। ਲੇਕਿਨ ਖਾਲਸਾ ਜੀ ਅੱਖਾਂ ਵਿੱਚ ਹੀ ਬੈਠਾ ਰਿਹਾ। ਉਹਨੇ ਨਹੀਂ ਭੇਤ ਦੱਸਿਆ ਕਿ ਮੈਂ ਉਹੀ ਸ਼ਿਕਾਰੀ ਹਾਂ, ਨਾ ਹੀ ਕੋਈ ਉਹਦੇ ਮਨ 'ਚ ਇੱਛਾ ਸੀ ਰਾਜੇ ਕੋਲੋਂ ਲੈਣ ਦੀ। ਨਵਾਂ ਬਰਾਗ ਹੈ, ਸਭ ਕੁਝ ਤਿਆਗਿਆ ਹੋਇਆ ਹੈ। ਮਨ ਵਿੱਚ ਸਤ ਸੰਗਤ ਜੀ ਸਮਝਦਾ ਮੈਂ ਪਾਪੀ ਹਾਂ, ਤਪੱਸਿਆ ਕਰਾਂ, ਮੇਰੇ ਤੇ ਇਸਤਰੀ ਨੇ ਦਇਆ ਕੀਤੀ, ਮੈਨੂੰ ਜੇਲ੍ਹ 'ਚੋਂ ਛੁਡਾ ਲਿਆ ਹੈ। ਨੇਤਰ ਮੀਚੀ ਬੈਠਾ ਰਿਹਾ। ਵਿਕਰਮਾਜੀਤ ਨੇ ਜਾ ਕੇ ਮੱਥਾ ਟੇਕਿਆ। ਰਾਜਾ ਹੈਰਾਨ ਹੋ ਗਿਆ ਕਿ ਇਹ ਕੋਈ ਮੰਗਦਾ ਹੀ ਨਹੀਂ ਹੈ, ਨਹੀਂ ਤਾਂ ਬੜੇ ਬੜੇ ਤਪੱਸੀ ਰਾਜਿਆਂ ਤੋਂ ਮੰਗ ਲੈਂਦੇ ਨੇ, ਇਹ ਤਾਂ ਮੇਰੇ ਵੱਲ ਦੇਖਦਾ ਵੀ ਨਹੀਂ। ਮਹੀ ਪਤ ਸੋ ਕੁਛ ਕਹਿਓ ਨਾ ਲਹਿਓ, ਰਾਜੇ ਨੂੰ ਵੱਲ ਨਾ ਦੇਖਿਆ, ਨਾ ਇਹਨੂੰ ਕੁਝ ਕਿਹਾ। ਵੱਡ ਮਹਾਤਮਾ ਤਪਸੀ ਜਾਨਾ, ਸ਼ਰਧਾ ਉਦੋਂ ਵੀ ਦੂਣੀ ਵੱਜ ਗਈ ਖਾਲਸਾ ਜੀ ਰਾਜੇ ਦੀ ਕਿ ਅੱਜ ਬਣ ਦੇ ਵਿੱਚ ਤਪੱਸੀ ਵੱਡਾ ਮਹਾਤਮਾ ਹੈ ਤਾਂ ਇਹੀ ਹੈ। ਮੋਹ ਨਾ ਕਰੋ ਨਾ ਲੋਭ ਨਾ ਮਾਨਾ, ਜਿਹਦੇ ਮਨ ਵਿੱਚ ਹੰਕਾਰ ਨਹੀਂ, ਮੋਹ ਨਹੀਂ, ਕ੍ਰੋਧ ਆਦਿਕ ਲੋਭ ਨਹੀਂ ਹੈ। ਸਾਦਰ ਤੈ ਚੜਾਏ ਕਰ ਲਿਆਇਓ, ਉਸੇ ਵੇਲੇ ਖਾਲਸਾ ਜੀ ਉਸ ਨੂੰ ਗੁਰੂ ਕਿਉਂ ਨਾ ਧਾਰ ਲਿਆ ਵਿਕਰਮਾਜੀਤ ਨੇ। ਸਤਕਾਰ ਨਾਲ ਪਾਲਕੀ ਤੇ ਚੜਾ ਕੇ ਲਿਆਇਆ, ਨਿਜ ਗਾਦੀ ਪਰ ਆਨ ਬਿਠਾਇਓ। ਆਪਣੀ ਗੱਦੀ ਤੇ ਲਿਆ ਕੇ ਰਾਜ ਗੱਦੀ ਤੇ ਤਪੱਸੀ ਨੂੰ ਉਸ ਨੂੰ ਸ਼ਿਕਾਰੀ ਨੂੰ ਬਿਠਾ ਦਿੱਤਾ। ਸਭ ਸਚ ਬਨ ਕੇ ਸੰਗ ਬਖਾਨਾ, ਸਾਰੇ ਵਜ਼ੀਰਾਂ ਨੂੰ ਕਹਿ ਦਿੱਤਾ, ਇਹ ਮਮ ਗੁਰ ਹੈ ਤਪੀ ਮਹਾਨਾ। ਸਾਰੇ ਵਜ਼ੀਰਾਂ ਨੂੰ ਅਹਿਲਕਾਰਾਂ ਨੂੰ ਵਿਕਰਮਾਜੀਤ ਨੇ ਕਹਿ ਦਿੱਤਾ ਇਹ ਜਿਹੜਾ ਤਪੱਸੀ ਹੈ ਇਹ ਮੇਰਾ ਗੁਰੂ ਹੈ। ਹਟ ਕੇ ਮੈਂ ਨਾ ਹੋਏ ਹੋਂ ਜਾਵਦ, ਜਿੰਨਾ ਚਿਰ ਮੈਂ ਨਹੀਂ ਨਾ ਉਹਦਾ ਤਪੱਸਿਆ, ਹੁਣ ਰਾਜਾ ਚਾਹੁੰਦਾ ਹੈ ਮੈਂ ਤਪੱਸਿਆ ਕਰਾਂ ਤੇ ਉਹ ਇਸਤਰੀ ਨੂੰ ਆਦਮੀ ਬਣਾਵਾਂ ਪਰਮੇਸ਼ਰ ਕੋਲੇ ਬੇਨਤੀ ਕਰਕੇ। ਹੁਣ ਰਾਜ ਭਾਗ ਤਿਆਗਦਾ ਹੈ ਖਾਲਸਾ ਜੀ, ਇਸ ਨੂੰ ਗੁਰੂ ਮੰਨ ਕੇ ਗੱਦੀ ਤੇ ਬਹਾ ਦਿੱਤਾ। ਸਾਰੇ ਕਰਮਚਾਰੀਆਂ ਨੂੰ ਸਤ ਸੰਗਤ ਜੀ ਇਕੱਠਾ ਕਰਕੇ ਆਪਦੇ ਗੁਰੂ ਤਪੱਸੀ ਦੇ ਸਾਹਮਣੇ ਕਹਿਤਾ ਕਿ ਇਹਦੀ ਆਗਿਆ ਮੰਨਣੀ ਹੈ। ਇਸ ਆਗਿਆ ਮੈਂ ਰਹਿਓ ਤਾਵਦ, ਜਿੰਨਾ ਚਿਰ ਮੈਂ ਆਉਂਦਾ ਨਹੀਂ ਨਾ ਮੁੜ ਕੇ ਵਿਕਰਮਾਜੀਤ ਕਹਿੰਦਾ ਇਹਦੀ ਆਗਿਆ 'ਚ ਰਹਿਓ। ਨਿਜ ਨਿਜ ਥਲ ਪਰ ਸਭ ਨ ਟਿਕਾਏ, ਸਾਰੇ ਆਪੋ ਆਪਣੀਆਂ ਡਿਊਟੀਆਂ ਤੇ ਟਿਕਾ ਦਿੱਤੇ ਕਰਮਚਾਰੀ। ਕਹਿ ਕਰ ਗਮਨਿਓ ਵਿਕਰਮਾ ਰਾਏ, ਵਿਕਰਮਾਜੀਤ ਖਾਲਸਾ ਜੀ ਰਾਜ ਦੇ ਕੇ ਉਸ ਤਪੱਸੀ ਨੂੰ ਜਿਹੜਾ ਸ਼ਿਕਾਰੀ ਸੀ ਤਪੱਸੀ ਦੇ ਰੂਪ ਵਿੱਚ ਉਹਦਾ ਗੁਰੂ ਬਣਾ ਲਿਆ। ਆਪ ਚਲਿਆ ਗਿਆ ਵਿਕਰਮਾਜੀਤ। ਕਾਨਨ ਮੈਂ ਤਪ ਕਰਨੈ ਲਾਗਾ, ਜਾ ਕੇ ਬਣ ਵਿੱਚ ਲੱਗਿਆ ਤਪ ਕਰਨ ਵਿਕਰਮਾਜੀਤ ਰਾਜਾ। ਸ੍ਰੀ ਮਤ ਕਰੋ ਪੁਰਖ ਕ੍ਰਿਤ ਪਾਗਾ, ਇਹ ਕਿਰਤ ਲੱਗਾ ਕਰਨ ਕਿ ਇੰਨਾ ਮੈਂ ਭਜਨ ਕਰਾਂ ਵਾਹਿਗੁਰੂ, ਮੇਰੇ ਤੇ ਤੁੱਠ ਪ੍ਰਸੰਨ ਹੋ। ਮੇਰੇ ਘਰ ਦਾ ਅੰਨ ਖਾ ਕੇ ਅੱਜ ਜਿਹੜਾ ਪਾਪੀ ਸ਼ਿਕਾਰੀ ਸੀ ਉਹ ਇਸਤਰੀ ਰੂਪ ਧਾਰ ਗਿਆ ਹੈ। ਮੇਰੇ ਘਰ ਦਾ ਅੰਨ ਸਾਫ਼ ਨਹੀਂ ਹੈ, ਸੁਥਰਾ ਨਹੀਂ ਹੈ, ਮਲੀਨ ਹੈ, ਮੈਨੂੰ ਪਾਪ ਲੱਗੇਗਾ। ਉਹ ਕਹਿੰਦੀ ਮੈਂ ਤਾਂ ਮਰ ਜੂ ਸਿਰ ਚੜ ਕੇ, ਤੇਰੇ ਘਰ ਦਾ ਅੰਨ ਖਾ ਕੇ ਮੈਂ ਆਦਮੀਓ ਇਸਤਰੀ ਹੋ ਗਈ। ਜਾ ਕੇ ਤਪੱਸਿਆ ਕਰਨ ਲੱਗ ਗਿਆ ਵਿਕਰਮਾਜੀਤ। ਤਪਸੀ ਫੰਤਕ ਬਿਠਾਇਓ ਰਾਜਾ, ਇੱਧਰ ਸਤ ਸੰਗਤ ਜੀ ਉਹ ਤਪੱਸੀ ਜਿਹੜਾ ਸ਼ਿਕਾਰੀ ਸੀ ਉਹ ਰਾਜ ਤੇ ਬਹਾ ਦਿੱਤਾ। ਸਭ ਸੇਵਤ ਭੇ ਰਾਜ ਸਮਾਜਾ, ਸਾਰੇ ਖਾਲਸਾ ਜੀ ਜਿੰਨੇ ਰਾਜ ਦੇ ਕਰਮਚਾਰੀ ਸੀ ਇਹ ਦੇਖ ਲੋ ਤਪੱਸੀ ਦੀ ਆਗਿਆ ਮੰਨਦੇ ਪਏ। ਗਨ ਮੰਤਰੀ ਨਿਜ ਨਿਕਟ ਬੁਲਾਏ, ਸਾਰੇ ਵਜ਼ੀਰ ਇਹ ਤਪੱਸੀ ਸ਼ਿਕਾਰੀ ਨੇ ਕੋਲੇ ਸੱਦ ਲੈ। ਸਭ ਸੋ ਮਨ ਕੋ ਮਤੋ ਬਤਾਏ, ਸਾਰਿਆਂ ਨੂੰ ਆਪਣੇ ਮਨ ਦੀ ਰਾਏ ਦੱਸ ਦਿੱਤੀ। ਗਹੀ ਉਦਾਸੀ ਸੋ ਮਗਵਾਈ, ਰਾਜਾ ਤਾਂ ਖਾਲਸਾ ਹੀ ਤਪੱਸਿਆ ਕਰਨ ਚਲਿਆ ਗਿਆ। ਰਾਜ ਭਾਗ ਦਾ ਮਾਲਕ ਦੇਖ ਲੋ ਤਪੱਸੀ ਦੇ ਰੂਪ ਵਿੱਚ ਉਹੀ ਸ਼ਿਕਾਰੀ ਬਣ ਗਿਆ। ਹੁਣ ਸੋਚਦਾ ਵੀ ਜਿਹਨੇ ਮੈਨੂੰ ਛਡਾਇਆ ਇਸਤਰੀ ਨੇ ਉਹਦਾ ਕਿਰਤਕਣ ਤਾਂ ਨਹੀਂ ਰਹਾ ਮੈਂ। ਜਦੇ ਆਪਣੇ ਅਮੀਰਾਂ ਵਜ਼ੀਰਾਂ ਨੂੰ ਕਹਿਣ ਲੱਗਾ ਰਾਜਾ ਜਿਹੜਾ ਤਪੱਸਿਆ ਕਰਨ ਗਿਆ ਜਿਹੜੀ ਇਸਤਰੀ ਨੂੰ ਮਰਦ ਬਣਾਉਣ ਵਾਸਤੇ ਉਹ ਇਸਤਰੀ ਨੂੰ ਲਿਆਓ ਜੇਲ੍ਹ ਵਿੱਚੋਂ। ਰਾਜ ਕਰਨ ਪਰ ਤੁਰਤ ਬਿਠਾਈ, ਮੰਗਾ ਕੇ ਖਾਲਸਾ ਜੀ ਇਹ ਸ਼ਿਕਾਰੀ ਤਪੱਸੀ ਨੇ ਉਹਨੂੰ ਗੱਦੀ ਤੇ ਬਹਾ ਦਿੱਤਾ। ਖਾਲਸਾ ਜੀ ਉਹ ਇਸਤਰੀ ਨੂੰ ਕਿ ਹੇ ਇਸਤਰੀ ਤੂੰ ਮੇਰੇ ਤੇ ਦਇਆ ਕੀਤੀ, ਮੇਰੇ ਕੁੱਟ ਪੈਂਦੀ ਤੂੰ ਸਹਾਰ ਨਹੀਂ ਸਕੀ, ਤੂੰ ਆਪ ਜੇਲ੍ਹ ਦੇ ਤੋਂ ਮੇਰੇ ਤੋਂ ਬੰਦ ਹੋ ਗਈ ਤੇ ਮੈਨੂੰ ਸੁਤੰਤਰ ਕੀਤਾ ਸੀ। ਅੱਜ ਹੱਕ ਤੇਰਾ ਹੈ,
ਰਾਜ ਤਖਤ ਤੇ ਬੈਠ। ਆਪ ਗਇਓ ਬਨ ਤਿਸੀ ਸਥਾਨਾ। ਆਪ ਉਸੇ ਤਰ੍ਹਾਂ ਖਾਲਸਾ ਜੀ ਜੰਗਲ 'ਚ ਤਪੱਸਿਆ ਕਰਨ ਚਲਿਆ ਗਿਆ। ਫੇਰ ਸ਼ਿਕਾਰੀ ਲਾਗਿਓ ਤਪ ਕੋ ਤਪਨ ਮਹਾਨਾ। ਤਬ ਤਪੱਸਿਆ ਤਪਾਉਣ ਲੱਗ ਗਿਆ। ਸਚਿਵ ਸਕਲ ਮਿਲਦਾ ਸੀ ਪਾਸ। ਜਿੰਨੇ ਵਜ਼ੀਰ ਨੇ ਖਾਲਸਾ ਜੀ ਸਾਰੇ ਉਹ ਦਾਸੀ ਦੀ ਆਗਿਆ ਮੰਨਣ ਲੱਗ ਗਏ। ਬਿਕਰਮਾਜੀਤ ਨੇ ਉਸ ਨੂੰ ਤਪੱਸੀ ਨੂੰ ਦਿੱਤੀ ਸੀ ਜ਼ਿੰਮੇਵਾਰੀ। ਉਹ ਤਪੱਸੀ ਨੇ ਖਾਲਸਾ ਜੋ ਸ਼ਿਕਾਰੀ ਸੀ ਪਹਿਲਾਂ, ਇਹਨੇ ਇਸਤਰੀ ਨੂੰ ਰਾਜਗੱਦੀ ਦੇ ਕੇ ਆਪ ਤਪੱਸਿਆ ਕਰਨ ਚਲਿਆ ਗਿਆ। ਹਾਥ ਜੋਰ ਕੀਨ ਸਰਦਾਸ। ਪਿਛਲੀ ਪੰਕਤੀ ਪੜੋ। ਸਚਿਵ ਸਕਲ ਮਿਲਦਾ ਸੀ ਪਾਸ। ਸਾਰੇ ਵਜ਼ੀਰਾਂ ਨੇ ਦਾਸੀ ਦੇ ਕੋਲੇ ਹੱਥ ਜੋੜ ਕੇ ਬੇਨਤੀ ਕੀਤੀ। ਹਾਥ ਜੋਰ ਕੀਨ ਸਰਦਾਸ। ਹੱਥ ਜੋੜ ਕੇ ਅਰਦਾਸ ਬੇਨਤੀ ਕਰਦੇ ਪਏ। ਗੁਰ ਸਥਾਨ ਬੈਠੀ ਕਰ ਰਾਜ। ਕੀ ਕਹਿੰਦੇ ਨੇ ਕਿ ਤੂੰ ਸਾਡੇ ਰਾਜੇ ਬਿਕਰਮਾਜੀਤ ਦੇ ਗੁਰੂ ਦੇ ਸਥਾਨ ਤੇ ਬੈਠੀ ਹੈ, ਤਖਤ ਤੇ। ਰਾਜੇ ਨੇ ਤਾਂ ਆਪਣੇ ਗੁਰੂ ਤਪੱਸੀ ਨੂੰ ਬਹਾਇਆ ਸੀ, ਤੂੰ ਉਹਦੇ ਤਖਤ ਤੇ ਬੈਠੀ ਹੈ। ਤੁਵ ਅਨਸਾਰੀ ਸਰਬ ਸਮਾਜ। ਤੂੰ ਚਿੰਤਾ ਨਾ ਕਰੀ। ਇਸਤਰੀ ਨੂੰ ਕਹਿਣ ਲੱਗੇ ਅਸੀਂ ਸਾਰੇ ਤੇਰੇ ਆਗਿਆਕਾਰੀ ਹਾਂ। ਆਗਿਆ ਕਹੋ ਕਰੇ ਹਮ ਸੋਈ। ਜੋ ਤੁਸੀਂ ਹੁਕਮ ਕਰੋਗੇ। ਦਾਸੀ ਨੂੰ ਕਹਿਣ ਲੱਗੇ ਖਾਲਸੇ ਜੋ ਤਖਤ ਤੇ ਬੈਠੀ, ਅਮੀਰ ਵਜ਼ੀਰ ਕਹਿੰਦੇ ਉਹੀ ਕੰਮ ਕਰਾਂਗੇ। ਬਸ ਵਰਤੀ ਤੁਵ ਹੈ ਸਭ ਕੋਈ। ਸਾਰੇ ਪਰਜਾ ਦੇ ਜਿਤਨੇ ਜੀਵ ਹਨ ਤੇਰੇ ਆਗਿਆਕਾਰੀ ਹਨ। ਸੁਨ ਦਾਸੀ ਨੇ ਹੁਕਮ ਬਖਾਨਾ। ਉਸ ਵੇਲੇ ਉਸੇ ਇਸਤਰੀ ਨੇ ਖਾਲਸਾ ਜੀ ਤਖਤ ਤੇ ਬੈਠ ਕੇ ਹੁਕਮ ਕਰ ਦਿੱਤਾ। ਪਕਰੋ ਜੈ ਸ਼੍ਰੀ ਵਿਸ਼ਨ ਮਹਾਨਾ। ਚੰਗਾ ਇਉਂ ਕਰੋ, ਸਾਰੀ ਫੌਜ ਹੋ ਜਾਓ ਇਕੱਠੀ। ਜਿੱਥੇ ਵਿਸ਼ਨੂੰ ਭਗਵਾਨ ਕਿਤੇ ਮਿਲੇ ਨਾ ਰੱਬ, ਉਹਨੂੰ ਪਕੜ ਕੇ ਲਿਆਓ। ਖਾਲਸਾ ਜੀ ਕਦੇ ਰੱਬ ਵੀ ਪਕੜਿਆ ਗਿਆ। ਹੁਣ ਰਾਜੇ ਦਾ ਤਾਂ ਹੁਕਮ ਹੈ ਨਾ, ਜਿਹੜਾ ਹੁਕਮ ਕਰਦਾ ਹੈ। ਰਾਜੇ ਦੇ ਤਖਤ ਤੇ ਬੈਠੀ ਹੈ। ਸਾਰੀ ਪਰਜਾ ਨੂੰ ਵਜ਼ੀਰਾਂ ਨੂੰ ਕਹਿ ਦਿੱਤਾ ਕਿ ਲਿਆਓ ਵਿਸ਼ਨੂੰ ਭਗਵਾਨ ਕਿੱਥੇ ਹੈ। ਸਚ ਬਸੈਨ ਨਿਰਪ ਕੇ ਨਰ ਜੇਈ। ਜਿੰਨੇ ਰਾਜੇ ਦੇ ਕਰਮਸਾਰੀ ਸੀ, ਵਜ਼ੀਰ ਨਾਲੇ ਫੌਜ, ਖੋਜਨ ਜਾਏ ਸਕਲ ਮਿਲਤੇਈ। ਰੋਜ਼ ਜੰਗਲ ਦੇ ਵਿੱਚ ਸਾਧ ਸੰਗਤ ਜੀ ਖੋਜਣ ਜਾਂਦੇ ਨੇ ਕਿ ਵਿਸ਼ਨੂੰ ਲੱਭ ਜਾਵੇ। ਬਿਨ ਪਕਰੇ ਨ ਹਟ ਕਰ ਆਵੋ। ਨਾਲੇ ਹੁਕਮ ਕਰ ਦਿੱਤਾ ਦਾਸੀ ਨੇ, ਜਿੰਨਾ ਚਿਰ ਵਿਸ਼ਨੂੰ ਭਗਵਾਨ ਨੂੰ ਪਕੜ ਨਹੀਂ ਲੈਂਦੇ ਉਹਨਾਂ ਚਿਰ ਮੁੜ ਕੇ ਨਹੀਂ ਆਉਣਾ ਤੁਸੀਂ। ਦੇਸ਼ ਵਿਦੇਸ਼ਨ ਮੈਂ ਫਿਰ ਪਾਵੋ। ਦੇਸਾਂ ਪ੍ਰਦੇਸਾਂ 'ਚ ਲੱਭੋ ਭਗਵਾਨ ਕਿੱਥੇ ਐ। ਸੁਣਤ ਹੁਕਮ ਕੋ ਜਾਹੇ ਤਹੈ ਧਾਏ। ਹੁਕਮ ਸੁਣ ਕੇ ਖਾਲਸਾ ਜੀ ਸਾਰੀ ਫੌਜ ਵਜ਼ੀਰਾਂ ਦੇ ਸਮੇਤ ਇੱਧਰ ਉੱਧਰ ਧਾਵੇ ਬੋਲਦੀ ਫਿਰਦੀ ਐ। ਅਨ ਕੋ ਪਾਵ ਕਰੈ ਬਿਲ ਲਾਏ। ਪ੍ਰਲਾਪ ਕਰਦੇ ਬੜੇ ਦੁਖੀ ਨੇ, ਯਤਨ ਕਰ ਰਹੇ ਨੇ। ਸਗਰੋ ਨਗਰ ਭਇਓ ਬੈਰਾਨ। ਸਾਰਾ ਨਗਰ ਉੱਜੜ ਗਿਆ। ਥਾਂ ਥਾਂ ਭਗਵਾਨ ਵਿਸ਼ਨੂੰ ਨੂੰ ਭਾਲਦੇ ਫਿਰਦੇ ਨੇ। ਹੁਕਮ ਜੋ ਹੋਇਆ ਦਾਸੀ ਦਾ। ਖੋਜੈ ਜਿਤ ਕਿਤ ਬਿਸ਼ਨ ਸੁਜਾਨ। ਜਿੱਥੇ ਕਿੱਥੇ ਖਾਲਸਾ ਜੀ ਅੰਤਰਜਾਮੀ ਵਿਸ਼ਨੂੰ ਨੂੰ ਭਾਲਦੇ ਹਨ। ਕਰਤ ਜਤਨ ਕੋ ਪੁਸ਼ਕਰ ਆਏ। ਯਤਨ ਕਰਦੇ ਭਾਲਦੇ ਖਾਲਸਾ ਜੀ ਪੁਸ਼ਕਰ ਰਾਜ ਤੀਰਥ ਹੈ ਰਾਜਸਥਾਨ ਵਿੱਚ, ਜਿੱਥੇ ਬ੍ਰਹਮਾ ਦਾ ਜਨਮ ਹੋਇਆ ਹੈ। 10ਵੇਂ ਪਾਤਸ਼ਾਹ ਨੇ ਵੀ ਉੱਥੇ ਚਰਨ ਪਾਏ ਨੇ ਜੋ ਦੱਖਣ ਨੂੰ ਗਏ ਹਨ। ਇੱਥੇ ਆ ਗਏ ਸਾਰੇ ਫੌਜ ਦੇ ਸਮੇਤ ਵਜ਼ੀਰ। ਏਕ ਗੁਫਾ ਦੇਖੀ ਤਿਸ ਥਾਏ। ਉੱਥੇ ਖਾਲਸਾ ਜੀ ਗੁਫਾ ਦੇਖੀ ਤਕੜੀ ਲੰਮੀ। ਖੋਜ ਤੇ ਅੰਤਰ ਜਾਏ ਪਰਵੇਸ਼ੇ। ਭਾਲਦੇ ਭਾਲਦੇ ਉਹ ਗੁਫਾ ਦੇ ਵਿੱਚ ਵੜ ਗਏ ਫੌਜ ਦੇ ਮੁਖੀ ਬੰਦੇ। ਤੈ ਪਾਵੇ ਇੱਕ ਸਿੱਧ ਵਿਸ਼ੇਸ਼ੇ। ਉੱਥੋਂ ਖਾਲਸਾ ਜੀ ਇੱਕ ਸਿੱਧ ਮਿਲਿਆ, ਰਿੱਧੀਆਂ ਸਿੱਧੀਆਂ ਵਾਲਾ। ਆ 84 ਸਿੱਧ ਨਹੀਂ ਹਨ। ਗੋਰਖਨਾਥ, ਘੁੱਗੂਨਾਥ, ਚਰਪਟਨਾਥ, ਮੰਗਲਨਾਥ, ਪ੍ਰਾਣਨਾਥ ਆਦਿਕ। ਇਹਨਾਂ ਸਿੱਧਾਂ ਚੋਂ ਇੱਕ ਸਿੱਧ ਤਪੱਸਿਆ ਕਰ ਰਿਹਾ ਸੀ, ਉਹ ਲੱਭਿਆ। ਨਮੋ ਕਰੀ ਨਿਜ ਕਾਜ ਸੁਨਾਇਓ। ਫੌਜ ਦੇ ਮੁਖੀਆਂ ਨੇ, ਵਜ਼ੀਰਾਂ ਨੇ ਨਮਸਕਾਰ ਕੀਤੀ, ਨਾਲੇ ਆਪਣਾ ਕੰਮ ਦੱਸਿਆ ਕਿ ਹੇ ਸਿੱਧ, ਸਾਡਾ ਇਸ ਵੇਲੇ ਰਾਜ ਦਾ ਕੁੱਲ ਮੁਖਤਿਆਰ ਦਾਸੀ ਹੈ। ਉਹਦਾ ਹੁਕਮ ਹੈ ਕਿ ਵਿਸ਼ਨੂੰ ਲੱਭ ਕੇ ਲਿਆਓ। ਸਾਨੂੰ ਵਿਸ਼ਨੂੰ ਨਹੀਂ ਲੱਭ ਰਿਹਾ, ਤੂੰ ਕੋਈ ਸਹਾਇਤਾ ਕਰ। ਹਾਰ ਪਰੇ ਹਮ ਵਿਸ਼ਨ ਨਾ ਪਾਇਓ। ਅਸੀਂ ਤਾਂ ਥੱਕ ਗਏ ਲੱਭਦੇ, ਸਾਨੂੰ ਲੱਭਿਆ ਨਹੀਂ। ਪ੍ਰਾਨ ਦਾਨ ਦਿਓ ਕਰੋ ਬਤਾਵਨ। ਜੇ ਇਹ ਸਿੱਧ ਤੂੰ ਸਾਨੂੰ ਦੱਸ ਦੇਵੇਂ ਵਿਸ਼ਨੂੰ ਕਿੱਥੇ ਰਹਿੰਦਾ, ਇਹ ਸਮਝੋ ਤੁਹਾਨੂੰ ਤੂੰ ਜੀ ਦਾਨ ਪ੍ਰਾਣ ਦਾਨ ਦੇਵੇਂਗਾ। ਜੇ ਨਾ ਲੱਭਿਆ ਨਾ, ਰਾਣੀ ਨੇ ਸਾਨੂੰ ਦਾਸੀ ਨੇ ਕਿਹਾ ਹੋਇਆ ਕਿ ਤੁਹਾਨੂੰ ਸਜ਼ਾ ਦੇਵਾਂਗੀ, ਲੱਭ ਕੇ ਲਿਆਓ। ਮਹਾਪੁਰਖ ਤੁਮ ਸੁਖ ਉਪਜਾਵਨ। ਤੁਸੀਂ ਮਹਾਪੁਰਖ ਹੋ, ਪਰਉਪਕਾਰ ਵਾਸਤੇ ਤੁਸੀਂ ਤਪੱਸਿਆ ਕਰਦੇ ਹੋ, ਸਾਨੂੰ ਸੁਖ ਦਿਓ। ਸੁਨ ਕਹਿ ਸਿੱਧ ਸਭ ਵਿਦਮਾਨੀ। ਉਹ ਸਿੱਧ ਨੇ ਖਾਲਸਾ ਜੀ ਬੇਨਤੀ ਫੌਜ ਦੀ ਮੰਨ ਲਈ ਸਾਰਿਆਂ ਪੱਖਾਂ ਤੋਂ। ਹਠ ਕਰ ਰਹੇ ਪ੍ਰਾਨ ਹੋਏ ਹਾਨੀ। ਕਿ ਹੱਠ ਧਾਰਦੇ ਨੇ,
ਵਿਸ਼ਨੂੰ ਐ ਤਾਂ ਕਦੇ ਲੱਭਿਆ ਨਹੀਂ ਕਿਸੇ ਨੂੰ, ਇਹਨਾਂ ਦੇ ਪ੍ਰਾਣ ਨਾਸ ਹੋ ਜਾਣਗੇ। ਦਇਆ ਕਰੀ ਸਿਧ ਲੈ ਸਬਰ ਸੰਗ, ਉਹਨੇ ਵੀ ਦਇਆ ਕੀਤੀ ਖਾਲਸਾ ਜੀ, ਸਾਰਿਆਂ ਸਿੱਧਾਂ ਨੂੰ ਨਾਲ ਲੈ ਕੇ ਚੜੇ ਜਾਏ ਗਿਰਨਾਰ ਉਤੰਗ। ਗਿਰਨਾਰ ਪਹਾੜ ਆ ਖਾਲਸਾ ਜੀ, ਇਹ ਰਾਜਸਥਾਨ ਕੰਨੀ ਗੁਜਰਾਤ ਦੇ ਇਲਾਕੇ 'ਚ, ਉਹ ਪਹਾੜ ਤੇ ਜਾ ਚੜਿਆ ਸਾਰੀ ਫੌਜ ਨੂੰ, ਅਮੀਰਾਂ ਵਜ਼ੀਰਾਂ ਨੂੰ ਨਾਲ ਲੈ ਕੇ ਸਿੱਧ। ਜਿਸ ਮੈਂ ਸਿਧ ਰਹੇ ਸੁਮਦਾਇਆ, ਉੱਥੇ ਗੋਰਖਨਾਥ ਆਦਿਕ ਹੋਰ ਵੀ ਸਿੱਧ ਰਹਿੰਦੇ ਸੀ। ਉੱਚੇ ਚੜੇ ਬਲੋਕ ਨਿਕਾਇਆ, ਉੱਚੇ ਚੜ ਕੇ ਪਹਾੜ ਦੇ ਸਾਰੇ ਸਿੱਧਾਂ ਦੇ ਦਰਸ਼ਨ ਕੀਤੇ। ਇੱਕ ਜਗਰਾਜ ਸਿਧ ਤਹਿ ਪੂਰਾ, ਇੱਕ ਜੁਗਰਾਜ ਨਾਮੇ ਖਾਲਸਾ ਜੀ ਪੂਰਨ ਕਮਾਈ ਵਾਲਾ ਸਿੱਧ ਸੀ। ਮਿਲੇ ਜਾਏ ਕਰ ਤਿਸ ਜਸ ਰੂਰਾ, ਜਿਹਦਾ ਜਸ ਬੜਾ ਉੱਤਮ ਸੀ, ਉਹਨੂੰ ਜਾ ਕੇ ਮਿਲੇ। ਸਕਲ ਪ੍ਰਸੰਗ ਸੁਨਾਵਨ ਕੀਨ, ਉਹਨੂੰ ਸਾਰਾ ਹਾਲ ਦੱਸਿਆ ਕਿ ਇਸ ਤਰ੍ਹਾਂ ਰਾਜੇ ਨੇ ਆਪਣੇ ਗੁਰੂ ਨੂੰ ਰਾਜ ਗੱਦੀ ਤੇ ਬਹਾਇਆ, ਤਪੱਸੀ ਨੂੰ ਆਪ ਤਪੱਸਿਆ ਕਰਨ ਚਲਿਆ ਗਿਆ, ਤੇ ਉਹ ਤਪੱਸੀ ਨੇ ਆ ਦਾਸੀ ਬਹਾ ਦਿੱਤੀ ਰਾਜ ਦੇ ਉੱਤੇ, ਆਪ ਤਪੱਸਿਆ ਕਰਨ ਚਲਿਆ ਗਿਆ। ਸਾਨੂੰ ਇਹ ਕੋਈ ਭੇਤ ਨਹੀਂ ਲੱਗਿਆ। ਦਾਸੀ ਨੇ ਸਾਨੂੰ ਹੁਕਮ ਕੀਤਾ ਵਿਸ਼ਨੂੰ ਲੱਭ ਕੇ ਲਿਆਓ, ਲੱਭ ਨਹੀਂ ਰਿਹਾ ਹੈ। ਕਹਿੰਦੇ ਕਿਵੇਂ ਕਰੋ, ਲੱਭ ਕੇ ਲਿਆਓ, ਜੇ ਨਹੀਂ ਖਾਲੀ ਜਾਂਦੇ ਤੁਹਾਨੂੰ ਸਾਨੂੰ ਸਜ਼ਾ ਦੇਵੇਗੀ। ਹੇ ਜੁਗਰਾਜ ਸਿੱਧ, ਸਾਡੀ ਸਹਾਇਤਾ ਕਰ, ਸਾਡੇ ਤੇ ਦਇਆ ਕਰ। ਇਹਦੇ ਮਨ ਵਿੱਚ ਦਇਆ ਆਈ। ਜਿਸ ਬਿਦ ਰਾਜ ਤ੍ਰਿਆ ਨੇ ਲੀਨ, ਜਿਸ ਪ੍ਰਕਾਰ ਇਹਨੇ ਅੰਤਰ ਜਾਣਤਾ ਨਾ ਸਮਝ ਲਿਆ ਕਿ ਅੱਜ ਜਿਹੜਾ ਰਾਜ ਪ੍ਰਾਪਤ ਹੋਇਆ ਉਹ ਇਸਤਰੀ ਕੋਲੇ, ਉਹ ਦਇਆ ਦਾ ਫਲ ਹੈ। ਉਸਨੇ ਦਇਆ ਕੀਤੀ ਤਦੇ ਰਾਜ ਭਾਗ ਦੀ ਮਾਲਕ ਬਣੀ ਬੈਠੀ ਐ। ਬਨਿਓ ਚਹੈ ਨਰ ਹੁਕਮ ਬਖਾਨਾ, ਹੁਣ ਉਸਨੇ ਸਤ ਸੰਗਤ ਜੀ ਕਿਹਾ ਕਿ ਉਹ ਆਦਮੀ ਬਣਿਆ ਚਾਹੁੰਦੀ ਹੈ ਕਿ ਮੈਂ ਇਸਤਰੀ ਜਾਮਾ ਨਾ ਮੇਰਾ ਰਹੇ। ਪਕਰ ਹੋ ਆਨੇ ਵਿਸ਼ਨ ਸੁਜਾਨਾ, ਜਾਓ ਜਾ ਕੇ ਵਿਸ਼ਨੂੰ ਨੂੰ ਪਕੜ ਕੇ ਲਿਆਓ, ਕਿਉਂ ਵਾਹਿਗੁਰੂ ਵਿੱਚ ਤਾਂ ਸ਼ਕਤੀ ਆ। ਭਗਵਾਨ ਚ ਜਲ ਤੇ ਥਲ ਕਰ ਥਾਲ ਤੇ ਕੂਆ, ਕੇਵ ਤਕੂਬ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੈ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਕਉ ਕਬੀਰ ਸਾਧੂ ਕੋ ਪ੍ਰੀਤਮ ਤਸ ਮੂਰਤ ਬਲਿਹਾਰੀ। ਵਾਹਿਗੁਰੂ ਇਸਤਰੀ ਤੋਂ ਪੁਰਖ ਬਣਾ ਸਕਦਾ ਹੈ, ਪੁਰਖਾਂ ਤੋਂ ਇਸਤਰੀਆਂ ਬਣਾ ਸਕਦਾ ਹੈ। ਉਸ ਰੂਪ ਤੋਂ ਬਲਿਹਾਰ ਜਾਈਏ, ਇਸ ਕਰਕੇ ਉਹ ਵਿਸ਼ਨੂੰ ਨੂੰ ਕਹਿੰਦੀ ਆ ਟੋਲ ਕੇ ਲਿਆਓ। ਇਸ ਕਰ ਲੋਕ ਹਜ਼ਾਰੋਂ ਫਿਰੇ, ਇਸ ਕਰਕੇ ਪਰਜਾ ਦੇ ਲੋਕ ਹਜ਼ਾਰਾਂ ਹੀ ਵਿਸ਼ਨੂੰ ਨੂੰ ਢੂੰਡਦੇ ਫਿਰਦੇ ਆ। ਨਹੀਂ ਵਿਸ਼ਨ ਕੋ ਕਤਹੂ ਧਰੇ, ਇਹ ਜੁਗਰਾਜ ਸਿੱਧ ਵਿਸ਼ਨੂੰ ਨਹੀਂ ਪਕੜਿਆ ਗਿਆ। ਸੁਨ ਜਗਰਾਜ ਸਿਧ ਬਰ ਦੀਨਾ, ਜਗਰਾਜ ਸਿੱਧ ਨੇ ਖਾਲਸਾ ਜੀ ਤਪੱਸੀ ਸੀ, ਸੰਪੂਰਨ ਬ੍ਰਹਮ ਗਿਆਨੀ, ਇਹਨੇ ਵਰ ਦੇ ਦਿੱਤਾ। ਤੁਮਰੋ ਨਿਰਪ ਨਰ ਹੋਏ ਲਿਹੋ ਚੀਨਾ, ਚੰਗਾ ਹੈ ਵਜ਼ੀਰੋ, ਤੁਹਾਡਾ ਜਿਹੜਾ ਰਾਜਾ ਹੈ ਨਾ ਇਸ ਵੇਲੇ ਇਸਤਰੀ, ਅਸੀਂ ਵਰ ਦਿੰਨੇ ਆਸ਼ੀਰਵਾਦ, ਉਹ ਪੁਰਖ ਦਾ ਰੂਪ ਧਾਰ ਲਵੇ, ਉਹ ਪੁਰਖ ਬਣ ਜਾਵੇ। ਪੁਨ ਮੰਤਰੀ ਕੈ ਬਿਸ਼ਨ ਜੈ ਚਹੈ, ਫਿਰ ਵਜ਼ੀਰ ਕਹਿਣ ਲੱਗੇ ਜੇ ਪੁਰਖ ਤਾਂ ਬਣ ਜੂ ਉਹ ਤੁਹਾਡੇ ਵਰ ਨਾਲ ਸਹੀ ਸਿੱਧ, ਜੇ ਉਹਨੇ ਕਿਹਾ ਵਿਸ਼ਨੂੰ ਨੂੰ ਕਿਉਂ ਨਹੀਂ ਲੱਭ ਕੇ ਲਿਆਏ, ਤੋ ਹਮ ਕਹਾਂ ਕਹੈ ਤਿਸ ਪਾਹੇ। ਫਿਰ ਅਸੀਂ ਕੀ ਉੱਤਰ ਦੇਵਾਂਗੇ ਆਪਦੇ ਰਾਜੇ ਨੂੰ ਜਿਹੜੀ ਦਾਸੀ ਰਾਜਾ ਬਣਾ ਕਹਾਉਂਦੀ ਐ। ਏਮ ਸੁਨ ਸਿੱਧ ਸਾਥ ਤਬ ਹੋਏ, ਉਸ ਵੇਲੇ ਸਿੱਧ ਕਹਿੰਦੇ ਚੰਗਾ ਅਸੀਂ ਨਾਲ ਹੀ ਚੱਲਦੇ ਹਾਂ। ਸਾਰੇ ਸਿੱਧ ਨਾਲ ਆ ਗਏ। ਵਿਕਰਮ ਨਿਕਟ ਗਏ ਸਭ ਕੋਏ, ਰਾਜ ਸਤ ਸੰਗੀ ਰਾਜਧਾਨੀ ਚ ਨਹੀਂ ਗਏ ਸਿੱਧ, ਕਹਿੰਦੇ ਚਲੋ ਜਿੱਥੇ ਤਪੱਸਿਆ ਕਰਦਾ ਵਿਕਰਮਾਜੀਤ ਉਹਨੂੰ ਮਿਲੀਏ। ਤਿਸ ਕੋ ਲੈ ਕਰ ਸੰਗ ਸੁਧਾਰੇ, ਵਿਕਰਮਾਜੀਤ ਨੂੰ ਨਾਲ ਲੈ ਕੇ ਸਾਰੇ ਸਿੱਧ ਰਾਜਧਾਨੀ ਚ ਪਹੁੰਚੇ। ਸਗਲੇ ਪਹੁੰਚੇ ਪੁਰੀ ਮਝਾਰੇ, ਨਗਰ ਪੂਰੀ ਉਜੈਨ ਵਿੱਚ ਪਹੁੰਚ ਗਏ। ਦਾਸੀ ਤ੍ਰਿਆ ਪੁਰਖ ਕਰ ਦਇਓ, ਆਉਂਦਿਆਂ ਨੇ ਸਤ ਸੰਗੀ ਆਸ਼ੀਰਵਾਦ ਤਾਂ ਪਹਿਲੇ ਦੇ ਦਿੱਤੀ ਸੀ। ਵਰ ਜੁਗਰਾਜ ਨੇ ਉਹ ਇਸਤਰੀ ਨੂੰ ਸਤ ਸੰਗੀ ਮਰਦ ਬਣਾ ਦਿੱਤਾ ਵਰ ਦੇ ਕੇ। ਸਰਬ ਰਾਜ ਪਰ ਵਿਕਰਮ ਕੀਓ, ਔਰ ਸਾਰਿਆਂ ਸਿੱਧਾਂ ਨੇ ਇਕੱਠੇ ਹੋ ਕੇ ਸਾਰੇ ਵੀਰ ਵਜ਼ੀਰ ਬੁਲਾ ਲਏ, ਕਚਹਿਰੀ ਭਰ ਗਈ। ਵਿਕਰਮਾਜੀਤ ਦਾ ਇਹੀ ਪਰਨ ਸੀ ਨਾ ਕਿ ਮੈਂ ਇਸ ਇਸਤਰੀ ਨੂੰ ਮਰਦ ਬਣਾਉਣਾ, ਮੇਰੇ ਘਰ ਦਾ ਧਾਨ ਖਾ ਕੇ ਇਸਤਰੀ ਬਣ ਗਈ ਹੈ ਇਹ ਸ਼ਿਕਾਰੀ ਪਾਪੀ। ਜਿਸ ਵੇਲੇ ਸਤ ਸੰਗ ਜੀ ਵਿਕਰਮਾਜੀਤ ਨੂੰ ਲਿਆਏ, ਵਿਕਰਮਾਜੀਤ ਬੜਾ ਖੁਸ਼ ਹੋਇਆ, ਲੱਖ ਲੱਖ ਵਾਰੀ ਧੰਨਵਾਦ ਕੀਤਾ। हे ਸਿੱਧੋ, ਤੁਹਾਡੀ ਤਪੱਸਿਆ ਧੰਨ, ਤੁਹਾਡਾ ਜੀਵਨ ਧੰਨ, ਪਰਉਪਕਾਰ ਵਾਸਤੇ ਵਿਚਰਦੇ ਹੋ। ਅੱਜ ਥੋੜਾ ਜਿਹਾ ਚਿਰ ਮੈਂ ਭਜਨ ਕੀਤਾ, ਉਹਦਾ ਫਲ ਦੇਣ ਆਏ ਹੋ ਤੁਸੀਂ। ਆ ਜਿਹੜੀ ਦਾਸੀ ਮੇਰੇ ਘਰ ਦਾ ਅੰਨ ਖਾ ਕੇ
ਸ਼ਿਕਾਰੀ ਇਸਤਰੀ ਰੂਪ ਧਾਰ ਗਿਆ ਸੀ, ਇਹਨੂੰ ਤੁਸੀਂ ਮਰਦ ਬਣਾ ਦਿੱਤਾ ਹੈ। ਬੌਰ ਮਸ਼ਿੰਦਰ ਗੋਰਖਨਾਥ ਫਿਰ ਮਸ਼ਿੰਦਰਨਾਥ ਗੋਰਖਨਾਥ ਸਾਰੇ ਆ ਗਏ, ਆਵਤ ਭੈ ਮੇਲ ਕਰ ਸਾਥ ਸਾਰੇ ਇਕੱਤਰਤਾ ਕਰਕੇ ਜੋਗੀ ਆਉਂਦੇ ਪਏ, ਮਿਲ ਕਰ ਰਾਜਾ ਰਾਜ ਬਿਠਾਇਓ ਮਿਲ ਕਰਕੇ ਸਾਰਿਆਂ ਨੇ ਰਾਜ ਗੱਦੀ ਤੇ ਬਹਾਇਆ ਬਿਕਰਮਾਜੀਤ ਨੂੰ। ਸੋ ਦਾਸੀ ਮੰਤਰੀ ਠਹਿਰਾਇਓ ਉਹ ਦਾਸੀ ਖਾਲਸਾ ਜੀ ਜਿਹੜਾ ਪੁਰਖ ਦਾ ਰੂਪ ਹੋ ਚੁੱਕੀ ਹੈ, ਦਇਆ ਦਾ ਫਲ ਮਿਲਿਆ ਉਸ ਨੂੰ, ਅੱਜ ਉਹ ਵਜ਼ੀਰ ਬਣ ਗਈ ਰਾਜੇ ਦਾ। ਕਹਿਓ ਮਨੁੱਖ ਦੇ ਹੈ ਵਿਸ਼ਨੂੰ ਕੀ ਕਹਿਣ ਲੱਗੇ ਸਿੱਧ, ਕਹਿੰਦੇ ਜਿਹੜੀ ਮਾਨਸ ਦੇਹੀ ਹੈ ਇਹ ਵਿਸ਼ਨੂੰ ਹੀ ਹੈ। ਐਵੇਂ ਨਹੀਂ ਬੀਬੀਆਂ ਗੁਰਮਤ ਦੇ ਅਨੁਕੂਲ ਜਿਹੜੀਆਂ ਚੱਲਦੀਆਂ ਨੇ ਉਹ ਆਪਣੇ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਮੰਨਦੀਆਂ। ਇਸ ਕਰਕੇ ਕਹਿ ਰਹੇ ਨੇ ਕਿ ਜੇ ਮਨੁੱਖਾ ਦੇਹ ਹੈ ਇਹ ਪਰਮੇਸ਼ਰ ਦੀ ਦੇਹ ਹੀ ਹੈ। ਹੁਣ ਤੱਕ ਜਿੰਨੇ ਅਵਤਾਰ ਧਾਰੇ ਨੇ ਮਰਦ ਦੇਹੀ ਦੇ ਅੰਦਰ ਖਾਲਸਾ ਜੀ ਪਰਮੇਸ਼ਰ ਨੇ ਧਾਰੇ ਨੇ, ਇਸਤਰੀ ਦੇਹੀ ਦੇ ਅੰਦਰ ਪਰਮੇਸ਼ਰ ਨੇ ਅਵਤਾਰ ਨਹੀਂ ਕੋਈ ਧਾਰਿਆ ਹੈ। ਸੋ ਸਿੱਧ ਕਹਿਣ ਲੱਗੇ ਆ ਜਿਹੜੀ ਮਨੁੱਖਾ ਦੇਹ ਹੈ ਇਹੀ ਪਰਮੇਸ਼ਰ ਦਾ ਰੂਪ ਹੈ। ਤੁਰਤ ਦਇਆ ਕੋ ਫਲ ਦੀਆ ਤਿਸ ਨੂੰ ਦੇਖੋ ਉਸ ਇਸਤਰੀ ਨੂੰ ਦਇਆ ਦਾ ਫਲ ਮਿਲਿਆ, ਉਹਦੇ ਤੇ ਸੱਸ ਨਹੀਂ ਮਾਰ ਪੈਂਦੀ ਸੀ, ਸ਼ਿਕਾਰੀ ਪਾਪੀ ਤੇ ਦਇਆ ਕੀਤੀ, ਆਪ ਵਿਚਾਰੀ ਜੇਲ੍ਹ ਚ ਫਸੀ, ਉਹਨੂੰ ਛੁਡਾ ਦਿੱਤਾ। ਉਹ ਦਇਆ ਦਾ ਫਲ ਕੀ ਹੋਇਆ, ਅੱਜ ਖਾਲਸਾ ਜੀ ਮਰਦ ਸਰੀਰ ਧਾਰ ਕੇ ਉਹ ਇਸਤਰੀ ਅੱਜ ਰਾਜੇ ਦੀ ਵਜ਼ੀਰ ਬਣੀ ਬੈਠੀ ਹੈ। ਯੁਗ ਕੋ ਧਰਮ ਇਹੀ ਦਿਖਰਾਇਓ 10ਵੇਂ ਪਾਤਸ਼ਾਹ ਕਹਿੰਦੇ ਭਾਈ ਇਹ ਤੁਹਾਨੂੰ ਦਿਖਾਇਆ ਹੈ, ਇਹ ਕਲਯੁਗ ਦਾ ਧਰਮ ਹੈ। ਇੱਥੇ ਜਪ ਤਪ ਕੀਤਾ ਹੋਇਆ ਛੇਤੀ ਫਲਦਾ ਹੈ, ਨਾਮ ਜਪਿਆ ਵੀ ਛੇਤੀ ਫਲਦਾ, ਪੁੰਨ ਦਾਨ ਕੀਤਾ ਵੀ ਛੇਤੀ ਫਲਦਾ। ਜਿਹੜੇ ਸ਼ੁਭ ਗੁਣ ਨੇ ਉਹਨਾਂ ਦੁਆਰਾ ਖਾਲਸਾ ਜਿਹੜੀ ਸੇਵਾ ਕਰਨੀ ਹੈ ਇਹ ਵੀ ਛੇਤੀ ਫਲਦੀ ਹੈ। ਗੁਰੂ ਪਾਰ ਦੀਨ ਰਿਪ ਠਹਿਰਾਇਓ 10ਵੇਂ ਪਾਤਸ਼ਾਹ ਕਹਿੰਦੇ ਖਾਲਸਾ ਜੀ ਇਹ ਪ੍ਰਸੰਗ ਸੁਣਾਉਂਦੇ ਹੋਏ ਸਿੰਘਾਂ ਨੂੰ, ਦੇਖ ਲਓ ਭਾਈ ਉਹ ਜਿਹੜਾ ਸ਼ਿਕਾਰੀ ਪਾਪੀ ਸੀ ਉਹਨੇ ਸਤ ਸੰਗਤ ਜੀ ਕੀ ਕੀਤਾ, ਉਹਨੇ ਤਪੱਸਿਆ ਕੀਤੀ ਸਾਰੇ ਪਦਾਰਥ ਤਿਆਗ ਕੇ। ਉਹਨੂੰ ਤਪੱਸਿਆ ਦਾ ਫਲ ਕੀ ਮਿਲਿਆ, ਉਹਨੇ ਸਤ ਸੰਗਤ ਜੀ ਰਾਜੇ ਦਾ ਗੁਰੂ ਬਣਨਾ ਕੀਤਾ। ਰਾਜੇ ਨੇ ਉਸੇ ਸ਼ਿਕਾਰੀ ਨੂੰ ਜਿਹਨੂੰ ਡੰਨ ਦਿੰਦਾ ਸੀ, ਕਿੱਥੇ ਅੱਜ ਉਹ ਰਾਜੇ ਦਾ ਗੁਰੂ ਬਣਿਆ ਬੈਠਾ। ਕਿਉਂ, ਉਹਦੇ ਮਨ 'ਚ ਦਇਆ ਆਈ ਸੀ, ਮਨਾ ਇਹਨਾਂ ਪੰਛੀਆਂ ਨੂੰ ਤੂੰ ਆ ਕੇ ਮਾਰਦਾ ਹੈ। ਸੋ ਖਾਲਸਾ ਜੀ ਦਇਆ ਜਿਹੜੀ ਹੈ ਧਰਮ ਕਾ ਮੂਲ ਹੈ। ਜੇ ਧਰਮ ਖੜਾ ਹੈ ਤਾਂ ਦਇਆ ਦੇ ਸਿਰ ਤੇ ਹੈ। ਸਗਰੇ ਪਾਪ ਕਟੇ ਤਿਸ ਕੇਰੇ ਉਸ ਵੇਲੇ ਖਾਲਸਾ ਜੀ ਸਾਰੇ ਪਾਪ ਕੱਟੇ ਗਏ। ਐਵੇਂ ਨਹੀਂ ਗੁਰੂ ਬਣਿਆ ਰਾਜੇ ਬਿਕਰਮਾਜੀਤ ਦਾ ਸ਼ਿਕਾਰੀ। ਜਾਂ ਤੇ ਸਿੱਖੋ ਸੁਨੋ ਭਲੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹੇ ਗੁਰੂ ਕੇ ਸਿੱਖੋ ਭਲੀ ਪ੍ਰਕਾਰ ਸੁਣੋ, ਨਾਮ ਪ੍ਰਤਾਪ ਭਲੇ ਪਿਖ ਲਿਓ। ਇਹ ਨਾਮ ਦਾ ਪ੍ਰਤਾਪ ਭਲੀ ਪ੍ਰਕਾਰ ਤੁਸੀਂ ਜਾਣ ਹੀ ਲਿਆ ਹੈ। ਨਾਮ ਦੇ ਪ੍ਰਤਾਪ ਕਰਕੇ ਰਾਜੇ ਦਾ ਗੁਰੂ ਬਣ ਗਿਆ ਤਪੱਸੀ। ਰਾਜਾ ਗੁਰੂ ਪਾਰ ਦੀ ਭਇਓ ਉਹ ਸ਼ਿਕਾਰੀ ਜੀ ਨੇ ਕਦੇ ਵੀ ਭੁੱਲ ਕੇ ਦਇਆ ਨਹੀਂ ਸੀ ਕੀਤੀ, ਭੁੱਲ ਕੇ ਕਦੇ ਨਾਮ ਨਹੀਂ ਸੀ ਜਪਿਆ। ਉਹਨੇ ਪਹਿਲਾਂ ਆਪਣਾ ਜਿਹੜਾ ਪੂਰਬਲਾ ਪਾਪ ਕੀਤਾ ਸੀ ਉਹਦਾ ਦੰਡ ਸਹਾਰ ਲਿਆ, 5 ਦਿਨ ਕੁੱਟ ਸਹਾਰੀ। ਉਸ ਤੋਂ ਬਾਅਦ ਇਸਤਰੀ ਦੇ ਦਇਆ ਕਰਨ ਤੇ ਛੁਟਕਾਰਾ ਪਾਇਆ। ਉਹ ਜਿਹੜਾ ਭਜਨ ਕੀਤਾ ਥੋੜੇ ਜਿਹੇ ਸਮਾਂ ਹੀ, ਉਹਦੇ ਨਾਲ ਰਾਜੇ ਦਾ ਗੁਰੂ ਬਣਿਆ। ਇਹ ਪਦਵੀ ਮਿਲੀ ਭਜਨ ਕਰਨ ਤੇ। ਦਾਸੀ ਦੇਹ ਪੁਰਖ ਹੋਵੈ ਗਇਓ ਉਹ ਦਾਸੀ ਜੀ ਨੇ ਦਇਆ ਕੀਤੀ ਸੀ, ਉਹਨੇ ਮਰਦ ਦੀ ਦੇਹ ਧਾਰੀ, ਨਾਲੇ ਵਜ਼ੀਰ ਬਣੀ। ਬਹੁਰ ਨਿਰਪਤ ਮੰਤਰੀ ਠਹਿਰਾਇਓ ਰਾਜੇ ਨੇ ਉਸ ਨੂੰ ਵਜ਼ੀਰ ਥਾਪ ਲਿਆ। ਭਇਓ ਦਇਆ ਕੋ ਫਲ ਤਤਕਾਲਾ ਕਿਉਂ ਭਾਈ ਦਇਆ ਕਰਨ ਦਾ ਫਲ ਬਹੁਤ ਛੇਤੀ ਮਿਲਦਾ ਹੈ। ਕਰੀ ਕਹਾਂ ਤੇ ਕਹਾਂ ਵਿਸਾਲਾ ਦੇਖ ਲੋ ਕੀ ਕਿਰਤ ਕੀਤੀ ਸੀ ਵਜ਼ੀਰ ਇਹਨੇ, ਸਤ ਸੰਗੀ ਇਸਤਰੀ ਨੇ ਦਇਆ ਕੀਤੀ, ਕੀ ਤੇ ਕੀ ਹੋ ਗਿਆ। ਮੈਂ ਪਾਲਕ ਪਰਮਾਰਥ ਕੀਨਾ ਰਾਜੇ ਨੇ ਵੀ ਸਤ ਸੰਗੀ ਪਰਮਾਰਥ ਨਿਆਂ ਦੀ ਬਾਤ ਕੀਤੀ, ਉਸ ਨੂੰ ਸਜ਼ਾ ਦਿੱਤੀ। ਉਸ ਤੋਂ ਬਾਅਦ ਮਨ ਵਿੱਚ ਪਛਤਾਤਾਪ ਹੋਇਆ ਕਿ ਮੇਰੇ ਘਰ ਦਾ ਅੰਨ ਇੰਨਾ ਮਲੀਨ ਹੈ, ਜਿਹਨੂੰ ਖਾ ਕੇ ਪਾਪੀ ਵੀ ਇਸਤਰੀ ਦਾ ਰੂਪ ਧਾਰ ਗਿਆ। ਉਹਨੇ ਜਾ ਕੇ ਭਜਨ ਕੀਤਾ ਕਿ ਮੇਰੇ ਘਰ ਦਾ ਅੰਨ ਸ਼ੁੱਧ ਹੋ ਜਾਵੇ। ਇਸ ਕਰਕੇ ਖਾਲਸਾ ਜੀ ਜਿਹੜਾ ਘਰ ਦਾ ਅੰਨ ਹੈ ਉਹ ਬਹੁਤ ਸ਼ੁੱਧ ਚਾਹੀਦਾ ਹੈ, ਤਾਂ ਭਗਤੀ 'ਚ ਮਨ ਟਿਕਦਾ ਹੈ। ਗਨ ਸਿੱਧਨ ਕੋ ਦਰਸ਼ਨ ਲੀਨਾ ਨਾਲੇ ਸਾਰੇ ਸਿੱਧਾਂ ਦੇ ਦਰਸ਼ਨ ਦਿੱਤੇ ਆ ਕੇ,
ਉਹ ਤਪ ਦਾ ਫਲ ਹੀ ਮਿਲਿਆ। ਅੰਤ ਸਮੇਂ ਤਨ ਤਿਆਗ ਸੁਧਾਰੇ, ਅੰਤ ਦੇ ਸਮੇਂ ਖਾਲਸਾ ਸੰਗਤ ਜੀ ਸਰੀਰ ਤਿਆਗ ਕੇ ਜਦੋਂ ਗਏ, ਬਿਸ਼ਨਪੁਰ ਮੈਂ ਪੁਨ ਸਾਰੇ ਬਸੈ, ਬਿਸ਼ਨਪੁਰ ਮੈਂ ਪੁਨ ਉਹ ਸਾਰੇ। ਬਿਸ਼ਨਪੁਰੀ ਬਕੁੰਠ ਧਾਮ ਨੂੰ ਜਿਹੜੀ ਦੁਨੀਆ ਰੋਚਦੀ ਹੈ ਕਿ ਅਸੀਂ ਬਕੁੰਠ ਜਾਈਏ, ਬਕੁੰਠ ਜਾਈਏ, ਸਾਧ ਸੰਤ ਸਥਾਨ ਜਗਮਗ ਨੂਰ ਹੈ, ਲਖ ਲਖ ਸਸੀਰ ਭਾਨ ਕਿਰਨ ਠਰੂਰ ਹੈ। ਬਕੁੰਠ ਨਗਰ ਜਹਾਂ ਸੰਤ ਬਾਸਾ, ਜਿੱਥੇ ਸਾਧੂ ਮਹਾਤਮਾ ਭਜਨ ਕਰਦੇ ਗੁਰਸਿੱਖ ਪ੍ਰੇਮੀ ਮਿਲ ਕੇ, ਉਹ ਭਾਈ ਬਕੁੰਠ ਨਗਰ ਹੈ। ਕਿਉਂ ਬਕੁੰਠ ਨਗਰ ਉਸ ਦਾ ਨਾਂ ਪਿਆ? ਬੈ ਨੋ ਦੁਐਤ ਦਾ ਹੁੰਦਾ, ਕੁੰਠ ਨੋ ਰੁਕਣ ਦਾ ਹੁੰਦਾ। ਜਿੱਥੇ ਦੁਐਸ਼ ਝੁਕ ਜੇ ਨਾ, ਉਹ ਥਾਂ ਬਕੁੰਠ ਹੈ। ਜੇ ਹਿਰਦੇ 'ਚ ਦੁਐਸ਼, ਉੱਥੇ ਵੀ ਨਰਕ ਹੈ। ਜੇ ਬਾਹਰ ਦੁਐਸ਼ ਆਪਣੇ ਵਿੱਚ, ਉੱਥੇ ਵੀ ਨਰਕ ਹੈ। ਸੰਗਤ ਸਾਧ ਸੰਗਤ ਦੁਐਤ ਨਹੀਂ ਹੈ। ਸੰਗਤ ਕੇਵਲ ਪਰਮੇਸ਼ਰ ਦਾ ਭਜਨ ਹੈ। ਸਾਰੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰਨਾਮੇ ਕੇ ਹੋਵੋ ਜੋਰੀ ਗੁਰਮੁਖ ਬੈਸੋ ਸਭਾ ਵਿਛਾਏ। ਸਾਰੇ ਇੱਕ ਥਾਂ ਬੈਠ ਕੇ ਖਾਲਸਾ ਜੀ ਦੁਐਤ ਭਾਵ ਤਿਆਗ ਕਰਕੇ ਆਪਾਂ ਭਜਨ 'ਚ ਬਿਰਤੀ ਜੋੜਦੇ। ਇਸ ਕਰਕੇ ਕਲਯੁਗ ਦੇ ਸਮੇਂ 'ਚ ਇਹ ਸੰਗਤ ਦਾ ਬਹੁਤਾ ਹੀ ਅਧਿਕ ਫਲ ਹੈ। ਇਮ ਕਲ ਯੁਗ ਕੋ ਧਨ ਬਖਾਨਾ, ਤਾਂ ਭਾਈ ਕਲਯੁਗ ਨੂੰ ਅਸੀਂ ਧਨ ਕਿਹਾ ਹੈ। ਮਹਾਰਾਜ ਕਹਿਣ ਲੱਗੇ ਧਨ ਇਸਤਰੀ ਨੂੰ ਇਸੇ ਕਰਕੇ ਕਿਹਾ ਹੈ, ਉਸਨੇ ਦਇਆ ਕੀਤੀ, ਉਹਨੂੰ ਫਲ ਛੇਤੀ ਮਿਲਿਆ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਜਿਸ ਯੁੱਗ ਦੇ ਮਾਲਕ ਹਨ। ਬਾਬੇ ਕੇ ਬਾਬਰ ਕੇ ਦੋਊ, ਆਪ ਕਰੇ ਪਰਮੇਸ਼ਰ ਸੋਊ। ਜੋ ਬਾਬੇ ਕੇ ਦਾਨ ਨਾ ਦੈ ਹੈ, ਤਿਨ ਤੇ ਗਏ ਬਾਬਰ ਕੇ ਲੈ ਹੈ। ਆਹ ਕਲਯੁਗ ਦੇ ਸਮੇਂ 'ਚ ਇੱਕ ਮਲੇਸ਼ਾਂ ਦਾ ਰਾਜ ਰਿਹਾ ਬਾਬਰਕਿਆਂ ਦਾ, ਦੂਜੇ ਪਾਸੇ ਸੱਚੀ ਪਾਤਸ਼ਾਹੀ ਖਾਲਸਾ ਜੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਹੈ। ਐਵੇਂ ਨਹੀਂ ਥਾਂ ਥਾਂ ਤੇ ਤਖਤ ਸੋਭਦੇ, ਉਹ ਤਖਤ ਝੂਠੇ ਨਹੀਂ ਹਨ ਖਾਲਸਾ ਜੀ। ਤਖਤ ਤਾਂ ਵੱਡੇ ਵੱਡੇ ਪਾਤਸ਼ਾਹਾਂ ਦੇ ਸਾਰੇ ਦੁਨੀਆ ਦੇ ਉੱਤੇ ਹੈਗੇ, ਰਾਜਧਾਨੀਆਂ 'ਚ। ਆਪਣੇ ਵੀ ਦਿੱਲੀ ਸਾਧ ਸੰਗਤ ਜੀ ਰਾਜਧਾਨੀ ਸਦਾਉਂਦੀ, ਉੱਥੇ ਵੀ ਤਖਤ ਹੈਗੇ। ਲੇਕਿਨ ਜਿਹੜੇ ਖਾਲਸਾ ਜੀ ਗੁਰੂ ਘਰ ਦੇ ਤਖਤ ਨੇ, ਉੱਥੇ ਸੱਚੇ ਪਾਤਸ਼ਾਹ ਤੋਂ ਬਿਨਾਂ ਖਾਲਸਾ ਜੀ ਹੋਰ ਕੋਈ ਟਿਕਦਾ ਨਹੀਂ। ਦੂਸਰੇ ਤਖਤਾਂ ਦੇ ਬਥੇਰੇ ਝੂਠੇ ਬਾਦਸ਼ਾਹ ਹੋ ਗੁਜ਼ਰ ਗਏ, ਕੋਈ ਨਾਂ ਨਹੀਂ ਲੈਂਦਾ ਹੈ। ਹਰ ਸੱਚੇ ਤਖਤ ਰਚਾਇਆ, ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵੀ ਸਿੱਧਾ ਖੇਲਾ। ਸੱਚੇ ਪਾਤਸ਼ਾਹ ਨਿਰਭਉ ਸਰੂਪ ਹਨ। ਸਿੱਧਾਂ ਨਾਲ ਐਸੀ ਖੇਡ ਖੇਡੀ, ਸਾਰੇ ਸਿੱਧਾਂ ਨੂੰ ਜਿੱਤ ਕੇ ਬਾਬੇ ਜਿੱਤੀ ਸਿੱਧ ਮੰਡੀ ਕੀਤੋ ਸੂ ਆਪਣਾ ਪੰਥ ਨਿਰਾਲਾ। ਬਾਬੇ ਨਾਨਕ ਨੇ ਸਤ ਸੰਗੀ ਸਿੱਧ ਮੰਡੀ ਨੂੰ ਜਿੱਤ ਕੇ ਇਹਨਾਂ ਗੋਰਖਨਾਥ ਕਾਦਕਾਂ ਨੂੰ ਆਪਣਾ ਪੰਥ ਗੁਰਮੁਖ ਪੰਥ ਅਤੀਤੰ ਇਹ ਸਜਾ ਕੇ ਖਾਲਸਾ ਜੀ ਆ ਸਤ ਸੰਗਤ ਸਥਾਨ ਤਖਤ ਬਣਾ ਦਿੱਤਾ ਹੈ। ਤਖਤਾਂ ਦੇ ਉੱਤੇ ਬੈਠ ਕੇ ਰਾਜਿਆਂ ਨੂੰ, ਵਜ਼ੀਰਾਂ ਨੂੰ ਕੁਰਸੀਆਂ ਤੇ ਬੈਠ ਕੇ ਉਹੀ ਜੀ ਖੁਸ਼ੀ ਆਨੰਦ ਨਹੀਂ ਆਉਂਦਾ ਗੁਰਸਿੱਖ ਨੂੰ ਐ ਸੰਗਤ ਜਾ ਕੇ ਜਿੰਨਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਸੋ ਤਖਤਾਂ ਦੇ ਉੱਤੇ ਸਤ ਸੰਗੀ ਦੁਨੀਆ ਭਿੜ ਭਿੜ ਮਰਦੀ, ਕੁਰਸੀਆਂ ਪਿੱਛੇ ਕਿ ਸੁੱਖ ਮਿਲੂਗਾ ਉਹਨਾਂ ਤੇ ਬੈਠ ਕੇ। ਪਰ ਸਤ ਸੰਗੀ ਉਹ ਸੂਲਾਂ ਦੀਆਂ ਤਖਤ ਹਨ, ਦੁੱਖ ਰੂਪ ਹਨ। ਆ ਜਿਹੜਾ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ, ਜਿੱਥੇ ਸਤ ਸੰਗਤ ਦਾ ਮਿਲਾਪ ਹੈ ਗੁਰਸਿੱਖੋ ਆਪਣਾ ਆਪਸ ਵਿੱਚ ਹੀ, ਇਹ ਹਰੀ ਨੇ ਸੱਚਾ ਤਖਤ ਰਚਿਆ ਹੈ। ਇਹ ਸਤ ਸੰਗਤ ਜੀ ਸਦਾ ਹੀ ਪਿੱਛੇ ਵੀ ਚੱਲਿਆ ਆ ਰਿਹਾ, ਅੱਗੇ ਨੂੰ ਵੀ ਰਹੇਗਾ। ਇਸ ਤਖਤ ਦੀ ਸੋਭਾ ਨੂੰ ਕੋਈ ਕਢਾਉਣ ਵਾਲਾ ਨਹੀਂ ਹੈ। ਤਾਂ ਆਪ ਜੀ ਕਹਿ ਰਹੇ ਨੇ ਉਹ ਉਹਨਾਂ ਦਾ ਸਤ ਸੰਗਤ ਜੀ ਆਪਣੀ ਪਰਾਰਬਧ ਸਮਾਪਤੀ ਤੋਂ ਉਹ ਜਿਹੜੀ ਇਸਤਰੀ ਮਰਦ ਬਣ ਕੇ ਵਜ਼ੀਰ ਪਦਵੀ ਪਾਈ, ਉਹ ਵੀ ਬਕੁੰਠ ਧਾਮ ਨੂੰ ਗਈ। ਬਿਕਰਮਾਜੀਤ ਵੀ ਖਾਲਸਾ ਜੀ ਮੁਕਤ ਹੋਇਆ। ਉਹ ਜਿਹੜਾ ਸ਼ਿਕਾਰੀ ਸੀ, ਉਹਨੇ ਵੀ ਸਾਰੀ ਜ਼ਿੰਦਗੀ ਗੁਰੂ ਖਵਾਇਆ ਰਾਜੇ ਦਾ, ਨਾਲ ਦੀ ਨਾਲ ਭਜਨ ਤਪੱਸਿਆ ਕੀਤੀ ਕਲਯੁਗ ਦੇ ਸਮੇਂ 'ਚ। ਤਿੰਨੇ ਹੀ ਬਕੁੰਠ ਧਾਮ ਨੂੰ ਚਲੇ ਗਏ। ਜਿਹੜੇ ਵਿਸ਼ਨੂੰ ਭਾਲਣ ਵਾਸਤੇ ਹੁਕਮ ਕੀਤਾ ਸੀ, ਉਹ ਸਦਾ ਹੀ ਦਦਾਰੇ ਦੇਣ ਲੱਗਿਆ। ਇਮ ਕਲ ਜੋ ਕੋ ਧਨ ਬਖਾਨਾ, ਮਹਾਰਾਜ ਕਹਿੰਦੇ ਤਾਂ ਭਾਈ ਕਲਯੁਗ ਦੇ ਸਮੇਂ ਨੂੰ ਅਸੀਂ ਧਨ ਕਿਹਾ ਹੈ। ਫਲ ਸਭ ਯੁਗ ਤੇ ਦੇਤ ਮਹਾਨਾ, ਇਹ ਕਲਯੁਗ ਹੈ, ਸਾਰਿਆਂ ਯੁਗਾਂ ਨਾਲੋਂ ਬਹੁਤ ਜ਼ਿਆਦਾ ਫਲ ਦਿੰਦਾ ਹੈ। ਧਨ ਇਹ ਕਲ ਯੁਗ ਯੁਗ ਖਰਾ, ਇਹ ਸਾਰਿਆਂ ਯੁਗਾਂ ਨਾਲੋਂ ਖਾਲਸਾ ਜੀ ਖਰਾ ਚੰਗਾ ਸੱਚਾ ਯੁਗ ਹੈ ਕਲਯੁਗ। ਕਰਨੀ ਥੋੜੀ ਹੋਏ, ਜਿਹਦੇ ਵਿੱਚ ਕਮਾਈ ਥੋੜੀ ਕਰਨੀ ਪੈਂਦੀ ਹੈ, ਔਰ ਯੁਗ ਨਿਤ ਅਤ ਭਲੋ, ਹੋਰ ਯੁਗਾਂ ਨਾਲੋਂ ਬਹੁਤ ਚੰਗਾ ਹੈ। ਪਾਰ ਉਤਾਰੇ ਸੋਏ, ਇਹ ਯੁੱਗ ਦੇ ਵਿੱਚ ਜੀਵ ਸਤ ਸੰਗੀ ਛੇਤੀ ਪਾਰ ਉਤਰ ਸਕਦੇ ਹਨ। ਪਰ ਇਤਨਾ ਜ਼ਰੂਰ ਫਰਕ ਹੈ, ਉਪਦੇਸ਼ ਸਤ ਸੰਗਤ ਜੀ ਰੋਜ਼ ਲੈਣ ਦੀ ਲੋੜ ਹੈ।
ਜ਼ਿਮੀਂਦਾਰ ਸਾਧ ਸੰਗਤ ਜੀ ਆਪਣੇ ਖੇਤ ਵਿੱਚ ਖੇਤੀ ਬੀਜਦਾ, ਜਿਣਸਾਂ ਵੱਖਰੀਆਂ ਵੱਖਰੀਆਂ ਹਨ, ਛੋਲੇ ਵੀ ਹਨ, ਕਣਕ ਵੀ ਬੀਜਦਾ ਔਰ ਧਾਨ ਵੀ ਬੀਜਦਾ ਹੈ। ਲੇਕਿਨ ਜੇ ਕਿਤੇ ਛੋਲੇ ਬੀਜ ਦੇਵੇ, ਕਹਿੰਦਾ ਕੋਈ ਪਰਵਾਹ ਨਹੀਂ, ਜੇ ਮੀਂਹ ਮੂੰਹ ਪੈ ਗਿਆ ਇੱਕ, ਮੇਰਾ ਘਰ ਭਰ ਜਾਣਾ ਛੋਲਿਆਂ ਨਾਲ। ਕੇਰਾਂ ਬੀਜ ਆਉਣੇ ਆ, ਕੋਈ ਮਿਹਨਤ ਨਹੀਂ ਕਰਨੀ, ਇੱਕ ਅੱਧਾ ਮੀਂਹ ਪਰਮੇਸ਼ਰ ਵੱਲੋਂ ਪੈ ਜਾਂਦਾ ਹੈ, ਕਮੀ ਨਹੀਂ ਰਹਿੰਦੀ ਖਾਲਸਾ ਜੀ। ਜੇ ਕਿਤੇ ਕਣਕ ਬੀਜ ਦੇਵੇ ਫੇਰ ਤਾਂ ਸਿੰਜਣੀ ਪਊਗੀ। ਫੇਰ ਵੀ ਕਹਿ ਦਿੰਦਾ ਕੋਈ ਪਰਵਾਹ ਨਹੀਂ, 2 ਕੁ ਪਾਣੀ ਦੇਊਂਗੇ, ਇੱਕ ਅੱਧਾ ਮੀਂਹ ਪੈ ਜੂ, ਮੇਰੇ ਕਣਕ ਬੇਅੰਤ ਹੋ ਜਾਊ। ਜੇ ਕਿਤੇ ਚੌਲ ਬੀਜ ਦੇਵੇ ਫੇਰ ਤਾਂ ਨਹੀਂ ਇਹ ਅੱਖਰ ਕਹਿੰਦਾ, ਫੇਰ ਕਹਿੰਦਾ ਚਲਾਈ ਚੱਲ, ਮੀਂਹ ਪੈਂਦੇ ਚ ਵੀ ਜੋੜੀ ਚੱਲ। ਕਿਉਂ? ਚੌਲਾਂ ਨੇ ਸਤ ਸੰਗਤ ਜੀ ਉਹਨਾਂ ਚਿਰ ਹੀ ਜਿਉਂਦੇ ਰਹਿਣਾ ਜਿੰਨਾ ਚਿਰ ਜੜਾਂ ਚ ਪਾਣੀ ਖੜਾ। ਸੁੱਕਿਆ ਨਹੀਂ ਤਾਂ ਸਤ ਸੰਗਤ ਜੀ ਖੇਤੀ ਖਤਮ ਹੋਈ ਨਹੀਂ। ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਪਹਿਲੇ ਯੁੱਗਾਂ ਦੇ ਲੋਕ ਸੀ ਉਹ ਝੂਠ ਨਹੀਂ ਸੀ ਬੋਲਦੇ। ਦੇਖ ਲਓ, ਚਾਹੇ ਸਿਰ ਚੜਿਆ ਜਾਵੇ, ਬਚਨ ਕਰੇ ਤੇ ਖਿਸਕ ਜਾਏ, ਸੋਈ ਨਰ ਕੱਚਾ। ਬੈਰੀ ਦੇ ਸਾਹਮਣੇ ਵੀ, ਲੜਨ ਵੇਲੇ ਵੀ ਉਹਨੂੰ ਧੋਖਾ ਦੇਣ ਵਾਸਤੇ ਝੂਠ ਨਹੀਂ ਸੀ ਬੋਲਦੇ। ਉਹਨਾਂ ਦਾ ਸੱਚ ਨਹੀਂ ਉੱਤਮ ਸੁਭਾਅ ਸੀ। ਉਹਨਾਂ ਨੂੰ ਸੱਚ ਨਹੀਂ ਇੱਕ ਗੇਰੀ ਉਪਦੇਸ਼ ਮਿਲ ਜਾਵੇ ਨਾ, ਉਹਨਾਂ ਦੀ ਕਮਾਈ ਪੂਰੀ ਕਲਿਆਣ ਹੋ ਜਾਂਦੀ ਸੀ। ਜਿਵੇਂ ਛੋਲਿਆਂ ਨੂੰ ਇੱਕ ਅੱਧਾ ਪਾਣੀ ਲੱਗਣ ਤੇ ਸੱਚ ਨਹੀਂ ਪੱਕ ਜਾਂਦੇ, ਸਿਰੇ ਚੜ ਜਾਂਦੇ, ਐ ਉਹਨਾਂ ਨੂੰ ਇੱਕ ਵਾਰੀ ਪਾਣੀ ਦੀ ਲੋੜ ਪੈਂਦੀ ਸੀ ਉਪਦੇਸ਼ ਦੀ। ਆਹ ਕਲਯੁਗ ਦਾ ਸਮਾਂ ਖਾਲਸਾ ਜੀ, ਜੈ ਸਤਿਗੁਰ ਤੇ ਸਤ ਸੰਗਤ ਬਣਾਈ। ਪਹਿਲਾਂ ਸਤ ਸੰਗਤਾਂ ਨਹੀਂ ਸਨ, ਕੇਵਲ ਇੱਕ ਭਾਰਤ ਰਾਜਬਾਜ ਮੁਨੀ ਹੋਇਆ ਜਿਹਨੇ ਭਾਰਤ ਵਰਸ਼ ਦੇ ਗ੍ਰਸਤੀਆਂ ਦਾ ਭਲਾ ਸੋਚਿਆ ਕਿ ਅਸੀਂ ਤਪੱਸੀ ਆਨੰਦ ਮਾਣਦੇ ਹਾਂ ਜੰਗਲਾਂ 'ਚ, ਇਹ ਜਿਹੜੇ ਵਿਚਾਰੇ ਗ੍ਰਸਤੀ ਲੋਕ ਨੇ ਕੰਮਾਂ 'ਚ ਰੁੱਝੇ ਹੋਏ, ਇਹਨਾਂ ਦਾ ਵੀ ਪਰਮਾਰਥ ਸਫਲਾ ਹੋ ਜਾਵੇ।